ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇ ਇੱਕ ਟਿੱਪਣੀ ਕੀਤੀ ਸੀ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਉਸ ਤੇ ਡਿਸਕਸ਼ਨਸ ਹੋਈਆਂ। ਜੇ ਇੰਗਲੈਂਡ ਵਾਲੇ ਤਾਂ ਫਰਾਂਸ ਵਾਲੇ ਲੜਦੇ ਹੁੰਦੇ ਆ ਤੇ ਲੜਾਈ ਇੱਥੇ ਵੀ ਆਉਂਦੀ ਹੈ। ਇੱਕ ਤਾਂ ਟੈਰੀਟਰੀ ਹਮੇਸ਼ਾ ਹੀ ਰਹਿੰਦੀ ਹੈ ਹਾਂਜੀ ਕਿ ਮੇਰਾ ਇਲਾਕਾ 2 ਇੰਚ ਤੂੰ ਲੈ ਲਿਆ, ਤੁਹਾਡਾ ਇਲਾਕਾ ਮੈਂ ਲੈ ਲਿਆ। ਜੋਆਨਾ ਬੋਨੀਫੇਸ ਉਹ ਟੋਰਾਂਟੋ ਗਈ ਸੀ ਤੇ ਉੱਥੇ ਜਾ ਕੇ ਉਹਨੇ ਕਾਰ ਕੀਤੀ ਸੀ ਰੈਂਟ। 300 ਕਿਲੋਮੀਟਰ ਉਹਨੇ ਡਰਾਈਵ ਕੀਤੀ ਤੇ ਜਿਹੜਾ ਕਾਰ ਦਾ ਰੈਂਟ ਸੀਗਾ, ਰੈਂਟਲ ਕੰਪਨੀ ਨੇ ਉਹਨੂੰ $8,000 ਚਾਰਜ ਕੀਤਾ। ਤੇ ਜਦੋਂ ਵਾਪਸ ਉਹ ਆ ਰਹੀ ਸੀ ਤਾਂ ਉਹਨੇ ਸੋਚਿਆ ਕਿ ਉਹ ਆਪਣੀ ਕ੍ਰੈਡਿਟ ਕਾਰਡ ਸਟੇਟਮੈਂਟ ਚੈੱਕ ਕਰ ਲਵੇ ਤੇ ਜਦੋਂ ਉਹਨੇ ਦੇਖਿਆ ਕਿ 300 ਕਿਲੋਮੀਟਰ ਉਹਨੇ ਸਿਰਫ ਕਾਰ ਚਲਾਈ ਆ ਤੇ ਚਾਰਜ ਕੀਤਾ ਗਿਆ $8,000। ਇਹ ਨਾਰਮਲ ਬਣ ਚੁੱਕਾ ਹੈ ਅੱਜ ਕੱਲ੍ਹ ਕਿ ਜਦੋਂ ਵੀ ਗਲਤੀ ਲੱਗਦੀ ਆ ਉਹਦੇ ਵਿੱਚ ਕਸਟਮਰ ਪੇ ਕਰਦਾ। ਗਲਤੀ ਕਦੇ ਕੰਪਨੀ ਨੂੰ ਲੱਗਦੀ ਵੀ ਚਲੋ ਫ੍ਰੀ ਕਾਰ ਦੇ ਦਿੱਤੀ ਉਹਨਾਂ ਨੇ, ਤੁਹਾਨੂੰ ਪੈਸੇ 36,000 ਦੇ ਦਿੱਤਾ, 8,000 ਦੇ ਦਿੱਤਾ। ਗਲਤੀ ਲੱਗੀ ਤਾਂ ਕਸਟਮਰ ਦੇ ਲੱਗੀ। 500 ਕਿਲੋਮੀਟਰ ਪ੍ਰਤੀ ਘੰਟਾ ਚਲਾਉਂਦੀ, 72 ਘੰਟੇ ਚਲਾਉਂਦੀ ਰਹਿੰਦੀ ਤਾਂ 36,000 ਹੋਣਾ। ਹਾਂਜੀ ਤੇ ਇਹਨਾਂ ਨੇ ਕਿਹੜੇ ਹਿਸਾਬ ਨਾਲ ਬਣਾਤੀ? ਐਲਬਾਮਾ ਪੁਲਿਸ ਨੇ 56 ਸਾਲਾ ਬਲੈਕ ਪਾਸਟਰ ਨੂੰ ਗ੍ਰਿਫਤਾਰ ਕੀਤਾ ਸੀ। ਕਸੂਰ ਕੀ ਸੀ ਉਸ ਪਾਸਟਰ ਦਾ? ਕਿ ਉਹ ਆਪਣੇ ਗੁਆਂਢੀਆਂ ਦੇ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਹੁਣ ਇੱਕ ਪ੍ਰੀਸਟ ਆਪਣੇ ਚੰਗਾ ਸੁਭਾਅ ਹੋਣਾ ਜਿਹੜਾ ਆਪਣੇ ਗੁਆਂਢੀ ਦੇ ਫੁੱਲਾਂ ਨੂੰ ਪਾਣੀ ਦੇ ਰਿਹਾ। ਹਾਂਜੀ ਉਹ ਕਿਤੇ ਪਾਸਟਰ ਆਪਣੇ ਚਰਚ ਤੋਂ ਆਇਆ ਔਰ ਉਹਦੇ ਗੁਆਂਢੀ ਜਿਹੜੇ ਸੀ ਉਹ ਕਿਤੇ ਹੋਰ ਗਏ ਸੀ। ਉਹਨਾਂ ਨੇ ਆ ਕੇ ਉਹਨਾਂ ਦੇ ਫੁੱਲਾਂ ਨੂੰ ਪਾਣੀ ਦੇ ਰਹੇ ਸੀ ਜੀ। ਉਹਨਾਂ ਨੇ ਕਿਹਾ ਕਿ ਉਹ ਐਡਸ ਦੇ ਵਿੱਚ ਹੁਣ ਵਾਈਟ ਮਾਡਲਸ ਨੂੰ ਨਹੀਂ ਲੈਣਗੇ। ਉਹਨਾਂ ਨੇ ਪਾਬੰਦੀ ਲਗਾ ਦਿੱਤੀ ਆ। ਸਮਾਨ ਜਿਹੜਾ ਹੈ ਯੂਰਪੀਅਨ ਡੋਮੀਨੇਸ਼ਨ ਦੇ ਨਾਲ ਜੁੜਿਆ ਹੈ ਨਾ। ਹਾਂਜੀ ਇਹਨਾਂ ਦੇ ਕੋਲ ਕਲੋਨੀਅਲ ਅੰਪਾਇਰ ਹੁੰਦਾ ਸੀ, ਅਸੀਂ ਕੋਲੋਨਾਈਜ਼ਡ ਬੰਦੇ ਸੀ ਤੇ ਉਹ ਯੂਰਪੀਅਨ ਜਿਹੜੀ ਆ ਗੋਰਾ ਰੰਗ ਉਹਨੂੰ ਜ਼ਿਆਦਾ ਵਧੀਆ ਸਮਝਿਆ ਜਾਂਦਾ। ਉਹਨਾਂ ਦੇ ਨੈਣ ਨਕਸ਼ ਕੁੜੀਆਂ ਦੇ ਬੜੇ ਸੋਹਣੇ ਆ, ਮੁੰਡਿਆਂ ਦੇ ਬੜੇ ਸੋਹਣੇ, ਪਰ ਉਹਨਾਂ ਦਾ ਰੰਗ ਕਾਲਾ ਕਰਕੇ ਉਹਨਾਂ ਨੂੰ ਕੋਈ ਨਹੀਂ ਲੈਂਦਾ। ਵਾਸ਼ਿੰਗਟਨ ਵੱਲੋਂ ਮਾਸਕੋ ਤੇ ਪਾਬੰਦੀਆਂ ਦੇ ਬਾਵਜੂਦ ਰਸ਼ੀਆ ਅਜੇ ਵੀ US ਟ੍ਰੇਡ ਤੋਂ ਬਿਲੀਅਨਸ ਆਫ ਡਾਲਰਸ ਕਮਾ ਰਿਹਾ। ਰੇਡੀਓ ਇੰਡੀਆ KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 29 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRP 1110 AM ਤੇ। स्टूडियो का नंबर है 604 592 91 91 604 592 9191। स्वागत करते हैं डॉक्टर शिंदे पुरेवाल जी का। डॉक्टर साहब प्रोग्राम च स्वागत है जी। गुड मॉर्निंग। गुड मॉर्निंग डॉक्टर साहब, गलबात का सिलसिला शुरू करते हैं। ब्रिटेन च प्रधानमंत्री अहुदे की दौड़ च अगे चल रहे लिज ट्रस ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇ ਇੱਕ ਟਿੱਪਣੀ ਕੀਤੀ ਸੀ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਉਸ ਤੇ ਡਿਸਕਸ਼ਨਸ ਹੋਈਆਂ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਮੈਕਰੋਨ ਨੇ ਉਹ ਬ੍ਰਿਟੇਨ ਦਾ ਦੋਸਤ ਹੈ, ਦੁਸ਼ਮਣ ਇਸ ਦੇ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੀ ਆ ਤਾਂ ਬ੍ਰਿਟੇਨ ਬਾਰੇ ਮੈਕਰੋਨ ਦੀ ਨੀਤੀ ਤੇ ਧਿਆਨ ਦੇਵੇਗੀ, ਨਾ ਕਿ ਉਸ ਦੇ ਸ਼ਬਦਾਂ ਤੇ।
ਤੇ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇਸ ਦੇ ਉੱਪਰ ਕਮੈਂਟ ਕੀਤਾ ਹੈਗਾ, ਉਹਨਾਂ ਨੇ ਇਸ ਦੇ ਉੱਪਰ ਟਿੱਪਣੀ ਕੀਤੀ ਆ। ਉਹ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਸੀਰੀਅਸ ਸਿਚੁਏਸ਼ਨ ਆ, ਸੀਰੀਅਸ ਗੱਲ ਆ ਕਿ ਜੇਕਰ ਅਜੇ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹ ਬ੍ਰਿਟਨ ਦੇ ਦੋਸਤ ਹਨ ਜਾਂ ਦੁਸ਼ਮਣ ਹਨ। ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਡੇ ਲਈ ਕੈਨੇਡਾ ਦੇ ਵਿੱਚ ਵੀ ਇੰਪੋਰਟੈਂਟ ਆ, ਮਹੱਤਵਪੂਰਨ ਹੈ। ਜੇ ਇੰਗਲੈਂਡ ਵਾਲੇ ਤਾਂ ਫਰਾਂਸ ਵਾਲੇ ਲੜਦੇ ਹੁੰਦੇ ਆ ਤੇ ਲੜਾਈ ਇੱਥੇ ਵੀ ਆਉਂਦੀ ਉਹਦੀ। ਹਾਂਜੀ, ਕਿਉਂਕਿ ਇੱਥੇ ਵੀ ਇੰਗਲਿਸ਼ ਵਰਸਸ ਫ੍ਰੈਂਚ ਆ, ਕਿਊਬੈਕ ਵਰਸਸ ਨਾਨ ਕਿਊਬੈਕ। ਹਾਂਜੀ, ਹੁਣ ਇਹ ਅੱਜ ਦੀ ਨਵੀਂ ਗੱਲ ਨਹੀਂ ਹੈ। ਵੈਸੇ ਫ੍ਰੈਂਚ ਪ੍ਰੈਜ਼ੀਡੈਂਟ ਨੇ ਜੋ ਕੁਝ ਕਿਹਾ, ਉਹ ਤਾਂ ਪ੍ਰੈਜ਼ੀਡੈਂਟ ਹੈ, ਉਹ ਤਾਂ ਬਣ ਚੁੱਕੇ ਨੇ। ਹਾਂਜੀ, ਤੇ ਇਸ ਵੇਲੇ ਲਿਜ਼ ਟਰੱਸ ਜਿਹੜੀ ਆ ਉਹ ਕੈਂਡੀਡੇਟ ਹੈ। ਹਾਂਜੀ, ਸੋ ਉਹ ਆਪਣੇ ਜਿਹੜੇ ਮੈਂਬਰਸ ਆ ਟੋਰੀ ਪਾਰਟੀ ਦੇ, ਉਹਨਾਂ ਨੂੰ ਪ੍ਰਸੰਨ ਕਰ ਰਹੀ ਹੈ। ਉਹ ਇਹ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਖੁੱਲ੍ਹੇ ਆਮ ਇਸ ਵੇਲੇ ਉਹਨਾਂ ਨੂੰ ਦੋਸਤ ਕਹਿ ਦੇਵਾਂ, ਕਿਉਂਕਿ ਇਹ ਪੁਰਾਣੇ ਬੰਦੇ ਉਹੀ ਗੱਲਾਂ ਕਰ ਰਹੇ ਆ ਜਿਹੜੀਆਂ ਐਰਿਸਟੋਕ੍ਰੇਸੀ ਪੁਰਾਣੀ ਕਰਦੀ ਹੁੰਦੀ ਸੀ। ਇੰਗਲੈਂਡ ਤੇ ਫਰਾਂਸ ਦੀ 100 ਸਾਲਾਂ, ਉਹਨੂੰ 100 ਸਾਲ ਦੀ ਵਾਰ ਕਹਿੰਦੇ ਆ। ਵੈਸੇ ਨਾਂ ਦੇ ਤੌਰ ਤੇ ਪਹਿਲਾਂ ਨਾਂ ਦਿੱਤੇ ਜਾਂਦੇ ਸੀ, ਵਾਟਰਲੂ ਦੀ ਲੜਾਈ ਆ, ਫਲਾਨੀ ਬਰਲਿਨ ਦੀ ਲੜਾਈ ਆ, ਪੈਰਿਸ ਦੀ ਲੜਾਈ ਆ। ਫਿਰ ਕਈ ਲੜਾਈਆਂ ਇਹਨਾਂ ਦੀਆਂ ਯੂਰਪ ਦੇ ਵਿੱਚ ਇੰਨੀਆਂ ਲੰਬੀਆਂ ਹੋਈਆਂ ਤੇ ਉਹਦੇ ਵਿੱਚ ਵੀ ਨਾਂ ਦੇਣੋਂ ਹਟ ਗਏ ਤੇ ਸਾਲ ਗਿਣ ਲੱਗ ਪਏ। ਜਦ 30 ਸਾਲਾ ਲੜਾਈ, 30 years war, ਉਹਦੇ ਖਿਲਾਫ ਬਾਅਦ ਚ ਟ੍ਰੀਟੀ ਆਫ ਵੈਸਟਫੇਲੀਆ ਹੋਈ। ਇਹ ਹੋਈ ਸੀ 100 year war ਕਹਿੰਦੇ ਆ, ਪਰ ਐਕਚੁਅਲੀ ਇਹ 116 ਸਾਲ ਲੜੇ ਜੀ। ਇੰਗਲੈਂਡ ਵਾਲੇ ਤਾਂ ਫਰਾਂਸ ਵਾਲੇ। ਦੋ ਇਸ਼ੂ ਸੀ, ਇੱਕ ਤਾਂ ਟੈਰੀਟਰੀ ਹਮੇਸ਼ਾ ਹੀ ਰਹਿੰਦੀ ਹੈ। ਹਾਂਜੀ, ਕਿ ਮੇਰਾ ਇਲਾਕਾ 2 ਇੰਚ ਤੂੰ ਲੈ ਲਿਆ, ਤੂੰ ਸਾਡਾ ਇਲਾਕਾ ਮੈਂ ਲੈ ਲਿਆ। ਦੂਸਰੀ ਗੱਲ ਜਿਹੜੀ ਹੈ ਕਿ ਯੂਰਪ ਦੇ ਵੀ ਜਿਹੜੀਆਂ ਰਾਇਲ ਫੈਮਲੀਜ਼ ਆ ਨਾ, ਇਹ ਇੱਕ ਦੂਜੇ ਦੇ ਨਾਲ ਰਿਲੇਟਡ ਹੈ। ਉਹਨਾਂ ਦੇ ਇੱਕ ਦੂਜੇ ਦੇ ਦਖਲ ਦਿੰਦੇ ਰਹਿੰਦੇ ਸੀ ਪਹਿਲਾਂ, ਉਹਦਾ ਵੀ ਕਾਰਨ ਬਣ ਜਾਂਦੇ ਸੀ। ਸੋ ਜਦੋਂ ਇਹ ਇੰਗਲੈਂਡ ਤੇ ਫਰਾਂਸ ਵਾਲੇ ਉੱਥੇ ਲੜਦੇ ਸੀ, ਉਹ ਇੰਗਲੈਂਡ ਤੇ ਫਰਾਂਸ ਵਾਲੇ ਇੱਥੇ ਕੈਨੇਡਾ ਦੇ ਵਿੱਚ ਵੀ ਲੜਦੇ ਸੀ। ਉਸ ਵੇਲੇ ਅਜੇ ਪਤਾ ਨਹੀਂ ਸੀ ਇਹਨਾਂ ਨੂੰ ਕਿ ਇੱਥੇ ਫ੍ਰੈਂਚ ਕਾਲੋਨੀ ਬਣੂਗੀ ਕਿ ਇੰਗਲਿਸ਼ ਕਾਲੋਨੀ ਬਣੂਗੀ। ਜੇ ਤੁਸੀਂ ਐਕਚੁਅਲੀ ਮਿਲਟਰੀ ਹਿਸਟਰੀ ਪੜ੍ਹਦੇ ਨਾ, ਬੈਟਲ ਜਿਹੜੀ ਹੈ ਕਿਊਬੈਕ ਤੋਂ ਬਾਹਰ ਜਿਹੜੀ ਨਾਨ ਕਿਊਬੈਕ ਫੋਰਸਸ ਦੇ ਨਾਲ ਹੋਈ ਆ, ਤੇ ਬੈਟਲ ਆਫ ਐਬਰਾਹਮ ਉਹਨੂੰ ਕਹਿੰਦੇ ਆ, 1759 1759 ਦੀ ਗੱਲ ਹੈ। ਇਹਦੇ ਵਿੱਚ ਜਿੱਦਾਂ ਪੇਸ਼ ਕੀਤਾ ਜਾਂਦਾ ਕਿ ਇੰਗਲਿਸ਼ ਜਿੱਤ ਗਏ, ਆਹ ਕਰਦਾ, ਇਹ ਕੋਈ ਇਦਾਂ ਦੀ ਗੱਲ ਨਹੀਂ ਸੀ ਕਿ ਜਿੱਦਾਂ ਵਰਲਡ ਵਾਰ 2 ਹੋਈ ਆ, ਵਰਲਡ ਵਾਰ 1 ਹੋਈ ਆ। ਇਹ ਤਾਂ ਦੋਹਾਂ ਸਾਈਡ ਤੇ ਪਤਾ ਨਹੀਂ ਕਿਹਨੇ ਜਿੱਤ ਜਾਣਾ ਸੀ, ਔਰ ਕੁਝ ਸਰਕਮਸਟੈਂਸਸ, ਕੁਝ ਹਾਲਾਤ ਇਦਾਂ ਦੇ ਬਣ ਗਏ ਕਿ ਉਹ ਫ੍ਰੈਂਚ ਫੋਰਸਸ ਬਿਲਕੁਲ ਥੋੜੀ ਜਿਹੀ ਫੋਰਸ ਸੀ, ਉਹ ਹਾਰ ਗਈ ਤੇ ਇਹਨਾਂ ਦੀ ਜਿੱਤ ਹੋ ਗਈ ਕੁਦਰਤੀ ਤੌਰ ਤੇ। ਕੋਈ ਬਹੁਤੀ ਵੱਡੀ ਜਿੱਤ ਵਾਲੀ ਗੱਲ ਹੈ ਨਹੀਂ ਸੀ ਜੀ। ਪਰ ਫਿਰ ਵੀ ਉਹਨੇ ਡਿਸਾਈਡ ਇਹ ਕਰਤਾ, ਕਿਉਂਕਿ ਇੰਗਲੈਂਡ ਵਾਲੇ ਯੂਰਪ ਦੇ ਵਿੱਚ ਜਿੱਤ ਗਏ ਸੀ। ਜਿਹੜੀ 100 ਸਾਲਾ ਵਾਰ ਕਹਿੰਦੇ ਅਸੀਂ, 116 ਸਾਲਾਂ ਬਾਅਦ ਇਹਨਾਂ ਨੇ ਟ੍ਰੀਟੀ ਕੀਤੀ, ਟ੍ਰੀਟੀ ਆਫ ਪੈਰਿਸ, ਕਿਉਂਕਿ ਉਹ ਸੰਧੀ ਦੇ ਵਿੱਚ ਇੰਗਲੈਂਡ ਵਾਲੇ ਜੇਤੂਆਂ ਦੇ ਤੌਰ ਤੇ ਉਹਨਾਂ ਨੇ ਸੰਧੀ ਕੀਤੀ। ਫਰਾਂਸ ਨੇ ਇੱਕ ਹਾਰੀ ਹੋਈ ਤਾਕਤ ਦੇ ਤੌਰ ਤੇ ਸੰਧੀ ਕੀਤੀ। ਉਹਦਾ ਅਸਰ ਫਿਰ ਕੈਨੇਡਾ ਤੇ ਵੀ ਪਿਆ। ਇੱਥੇ ਫਿਰ ਸਦਾ ਲਈ ਇੰਗਲਿਸ਼ ਦੀ ਜਿਹੜੀ ਸਰਦਾਰੀ ਕਾਇਮ ਹੋ ਗਈ ਜੀ। ਫ੍ਰੈਂਚ ਜਿਹੜੇ ਸੀ ਸਬਆਰਡੀਨੇਟ ਬਣ ਕੇ ਰਹਿ ਗਏ ਇੱਥੇ। ਉਹਨਾਂ ਨੇ ਹਾਂ ਇੱਕ ਸੂਬਾ ਹੈ ਉੱਥੇ, ਅੱਜ ਕੱਲ੍ਹ ਥੋੜ੍ਹੀ ਜਿਹੀ ਆਪਣੀ ਉਹਨਾਂ ਦੀ ਆਟੋਨਮੀ ਵੀ ਹੈ, ਪਰ ਜਿਹੜੀ ਐਕਚੁਅਲ ਸਰਦਾਰੀ ਤਾਂ ਕੈਨੇਡਾ ਦੇ ਵਿੱਚ ਇੰਗਲਿਸ਼ ਦੀ ਹੈ ਨਾ। ਹਾਂਜੀ, 9 ਪ੍ਰੋਵਿੰਸ ਇਹਨਾਂ ਦੇ ਹੱਥ ਦੇ ਵਿੱਚ ਹੈ। ਹਾਂਜੀ, ਸਿਰਫ ਕਿਊਬੈਕ ਹੀ ਹੈ। ਹੁਣ ਉਹ ਜਿਹੜੀ ਪੁਰਾਣੀ ਅਰਿਸਟੋਕ੍ਰੇਸੀ ਜਿਹੜੇ ਅਸੀਂ ਦੋ ਗੱਲਾਂ ਨਾਲ ਫਰਕ ਦੇਖਣਾ ਚਾਹੁੰਦੇ ਆ ਕਿ ਜਦੋਂ ਇੰਗਲੈਂਡ ਦੀ ਗੱਲ ਕਰਦੇ ਨਾ, ਕਲੋਨੀਅਲ ਅੰਪਾਇਰ ਸੀ, ਇਹ ਫਲਾਨੀ ਥਾਂ ਜਾਂਦੇ ਸੀ, ਫਲਾਨੀ ਥਾਂ ਜਾਂਦੇ ਸੀ। ਇਹਨਾਂ ਦੀ ਅਰਿਸਟੋਕ੍ਰੇਸੀ ਜਿਹੜੇ ਉੱਪਰਲੀ ਕਲਾਸ ਸੀ ਬੈਠੀ ਨਾ, ਉਹ ਨਹੀਂ ਸੀ ਜਾਂਦੀ। ਉਹ ਤਾਂ ਜਾਂਦੇ ਸੀ ਵਪਾਰੀ ਬਣ ਕੇ ਨਾ, ਉਹਨਾਂ ਨੇ ਈਸਟ ਇੰਡੀਆ ਕੰਪਨੀ ਦੇ ਸ਼ੇਅਰ ਖਰੀਦੇ ਹੋਏ ਸੀ। ਇਹ ਤਾਂ ਗਵਰਨਰ ਬਣ ਕੇ ਜਾਂਦੇ ਸੀ, ਐਂਬੈਸਡਰ ਬਣ ਕੇ ਜਾਂਦੇ ਸੀ। ਤੇ ਜਿਹੜੀ ਵਰਕਿੰਗ ਕਲਾਸ ਸੀ ਇੰਗਲੈਂਡ ਦੀ ਜਾਂ ਫਰਾਂਸ ਦੀ, ਇਹਨਾਂ ਦੋਹਾਂ ਦੇ ਇਹ ਜਾ ਕੇ ਮੱਛਰ ਲੜਾਉਂਦੇ ਹੁੰਦੇ ਸੀ, ਇਹ ਜਾ ਕੇ ਮਰਦੇ ਸੀ।
ਤੁਸੀਂ ਪਹਿਲਾਂ ਜਦੋਂ ਅੰਗਰੇਜ਼ ਗਏ ਆ, ਅੰਗਰੇਜ਼ਾਂ ਦੀ ਫੌਜ ਨੇ ਬੈਟਲ ਆਫ ਪਲਾਸੀ ਲੜੀ ਆ, ਬਹੁਤੇ ਬੰਦੇ ਇਹਨਾਂ ਦੇ ਮੱਛਰ ਨਾਲ ਹੀ ਮਰ ਗਏ ਉੱਥੇ ਜੀ। ਤੇ ਉਹ ਮਰਨ ਵਾਲੀ ਜਿਹੜੀ ਐਰਿਸਟੋਕ੍ਰੇਸੀ ਨਹੀਂ ਸੀ, ਸਰਦਾਰ ਨਹੀਂ ਸੀ ਇਹਨਾਂ ਦੇ, ਉਹ ਬੰਦੇ ਨਹੀਂ ਸੀ ਜਿਹੜੇ ਐਕਚੁਅਲੀ ਲੜਾਈ ਸ਼ੁਰੂ ਕਰਨ ਵਾਲੇ ਹਨ, ਜਿਹੜੇ ਐਕਚੁਅਲੀ ਚੰਗੀਆਂ ਪੋਜੀਸ਼ਨਸ ਲੈ ਕੇ ਬੈਠੇ। ਮਰਨ ਵਾਲੇ ਤਾਂ ਦੂਜੇ ਸੀ, ਜਿਹੜੇ ਬੰਦੇ ਜਿਹੜੇ ਪਹਿਲਾਂ ਖੇਤੀਬਾੜੀ ਕਰਦੇ ਸੀ ਫਿਰ ਵਰਕਿੰਗ ਕਲਾਸ ਬਣ ਗਏ। ਹਾਂਜੀ। ਤਾਂ ਉਹਨਾਂ ਦੀ ਅੱਜ ਤਾਈਂ ਕਿਸੇ ਨੂੰ ਪਰਵਾਹ ਨਹੀਂ। ਜਿਹੜੇ ਉਹ ਬੰਦੇ ਆ, ਉਹ ਆਪਣੇ ਡਿਸਟਿੰਗੁਇਸ਼ ਕਰਨ ਦੀ ਲੋੜ ਹੈ ਕਿ ਉਹਨਾਂ ਨੂੰ ਕੋਈ ਨਹੀਂ ਪੁੱਛਦੀ ਹੈਗੀ ਸਰਦਾਰੀ। ਤੇ ਜਿਹੜੀ ਟੋਰੀ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ, ਇਹ ਉਹਨਾਂ ਦੀ ਪਾਰਟੀ ਹੈ ਜਿਹੜੇ ਪਹਿਲਾਂ ਤੋਂ ਕਲੋਨੀਅਲ ਅੰਪਾਇਰ ਦੇ ਵਿੱਚ ਐਰਿਸਟੋਕਰਾਟ ਰਹੇ ਆ, ਉੱਪਰਲੀ ਜਮਾਤ ਰਹੀ ਹੈ। ਤਾਂ ਉਹਨਾਂ ਨੂੰ ਇਦਾਂ ਸੁਨੇਹਾ, ਕਿਉਂ ਇਸ ਵੇਲੇ ਜਿਹੜੀ ਲਿਜ਼ ਟਰੱਸ ਦੀ ਜਿਹੜੀ ਸਟੇਟਮੈਂਟ ਹੈ ਉਹ ਦੇਖਣੀ ਚਾਹੀਦੀ ਹੈ ਕਿ ਉਹ ਅਜੇ ਪ੍ਰਾਈਮ ਮਿਨਿਸਟਰ ਨਹੀਂ ਬਣੀ। ਹਾਂਜੀ। ਉਹ ਜਿਹੜੀਆਂ ਵੀ ਸਟੇਟਮੈਂਟਸ ਇਸ ਵੇਲੇ ਉਹ ਦੇ ਰਹੀ ਆ, ਉਹ ਇਸ ਮੈਂਬਰਸ਼ਿਪ ਨੂੰ ਖੁਸ਼ ਕਰਨ ਨੂੰ ਦੇ ਰਹੀ ਆ। ਹਾਂਜੀ। ਤਾਂ ਉਹ ਜਿਹੜੀ ਮੈਂਬਰਸ਼ਿਪ ਆ, ਉਹਨਾਂ ਦੇ ਵਿੱਚ ਪੁਰਾਣੀ ਬੜੀ ਇੱਕ ਹਸਟੀਲਿਟੀ ਹੈ, ਉਹ ਬੜੇ ਨਫ਼ਰਤ ਨਾਲ ਦੇਖਦੇ ਫ੍ਰੈਂਚ ਨੂੰ। ਇਸ ਕਰਕੇ ਉਹ ਕੁਝ ਕਹਿਣਾ ਨਹੀਂ ਚਾਹੁੰਦੀ ਸੀ ਵੀ ਸਾਡੇ ਦੋਸਤ ਆ, ਸਾਡੇ ਦੁਸ਼ਮਣ ਆ। ਸੋ ਮੈਕਰੋਨ ਕਹਿ ਸਕਦਾ ਕਿਉਂਕਿ ਉਹ ਤਾਂ ਜਿੱਤ ਚੁੱਕੇ ਆ। ਹਾਂਜੀ। ਹੁਣੇ ਜਿੱਤੇ ਆ ਜਨਵਰੀ ਦੇ ਵਿੱਚ। ਹਾਂਜੀ। ਤੇ ਉਹਨਾਂ ਦੀ ਪੋਜੀਸ਼ਨ ਵੱਖਰੀ ਆ। ਹਾਂ, 10-12 ਦਿਨਾਂ ਦੇ ਵਿੱਚ ਉਹ ਵੀ ਕਹਿ ਦੂਗੀ ਕੋਈ ਗੱਲ ਨਹੀਂ, ਅਸੀਂ ਦੋਸਤ ਆ। ਹਾਂਜੀ। ਇਸ ਤਰ੍ਹਾਂ ਕਰਕੇ ਪੋਜੀਸ਼ਨ ਜਿਹੜੀ ਆ ਵੱਖਰੀ ਆ। ਔਰ ਦੂਸਰੀ ਗੱਲ ਜਿਹੜੀ ਜਿੱਦਾਂ ਕੈਨੇਡਾ ਦੇ ਵਿੱਚ ਉਹਦਾ ਕੀ ਅਸਰ ਪੈਂਦਾ ਨਾ, ਕੈਨੇਡਾ ਦੇ ਵਿੱਚ ਇੱਕ ਵਾਰ ਜਦੋਂ 1960 ਦੇ ਵਿੱਚ 1960 ਦੇ ਵਿੱਚ ਨਾ, ਜਦੋਂ ਪਹਿਲੀ ਵਾਰ ਇਹਨਾਂ ਨੇ ਸ਼ੁਰੂ ਕੀਤਾ ਵੀ ਅਸੀਂ ਕਿਊਬੈਕ ਦੀ ਆਟੋਨਮੀ ਚਾਹੁੰਦੇ ਹਾਂ, ਕਿਊਬੈਕ ਨੂੰ ਇੱਕ ਫੇਅਰ ਡੀਲ ਲੈ ਕੇ ਦੇਣੀ ਚਾਹੁੰਦੇ ਹਾਂ ਫੈਡਰੇਸ਼ਨ ਦੇ ਵਿੱਚ, ਇਹਨਾਂ ਨੇ ਇੱਕ ਸੈਪਰੇਟਿਸਟ ਮੂਵਮੈਂਟ ਸ਼ੁਰੂ ਹੋਈ, ਜਿਹੜੀ PQ ਦੀ ਜਿਹੜੀ ਪੀਸਫੁਲ ਮੂਵਮੈਂਟ ਸੀ। ਉਹਨਾਂ ਦਾ ਵੀ ਜਿਹੜਾ ਅਖੀਰਲਾ ਅੰਦਾਜ਼ਾ ਤਾਂ ਇਹੀ ਸੀ ਵੀ ਅਸੀਂ ਸੈਪਰੇਟ ਹੋਵਾਂਗੇ, ਪਰ ਉਹ ਸ਼ਾਂਤੀ ਨਾਲ ਹੋਣਾ ਚਾਹੁੰਦੇ ਸੀ। ਦੂਸਰੇ ਸੀਗੇ FLQ ਵਾਲੇ। ਹਾਂਜੀ। ਫਰੰਟ ਲਿਬਰੇਸ਼ਨ ਕਿਊਬੈਕ, ਜਿਹੜੇ ਕਹਿੰਦੇ ਕਿ ਅਸੀਂ ਹਥਿਆਰ ਚੱਕ ਕੇ ਕੈਨੇਡਾ ਤੋਂ ਜੁਦੇ ਹੋ ਜਾਣਾ। ਉਸ ਵੇਲੇ ਕਾਫੀ ਸਟਰਗਲ ਸ਼ੁਰੂ ਹੋਈ 60 ਦੇ ਵਿੱਚ, ਔਰ ਫਰਾਂਸ ਦੇ ਪ੍ਰੈਜ਼ੀਡੈਂਟ ਡੀਗੌਲ ਇੱਥੇ ਆਏ ਕਿਊਬੈਕ ਦੇ ਵਿੱਚ। ਆਉਂਦਿਆਂ ਨੇ ਉਹਨਾਂ ਨੇ ਕਿਹਾ ਕਿ ਵੀਵ ਲਾ ਕਿਊਬੈਕ ਜਿੰਦਾਬਾਦ। ਤੇ ਇਹ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਬੜਾ ਆਬਜੈਕਸ਼ਨ ਦਿੱਤਾ। ਉਹਨਾਂ ਨੇ ਅੰਬੈਸਡਰ ਨੂੰ ਵੀ ਸੱਦਿਆ। ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਆ ਕੇ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਕਿਹੜਾ ਬੰਦਾ, ਕਿਹੜੀ ਪ੍ਰੋਵਿੰਸ ਸਾਡੀ ਜਿੰਦਾਬਾਦ ਤਾਂ ਕਿਹੜੀ ਮੁਰਦਾਬਾਦ ਹੈ ਜੀ। ਤੁਸੀਂ ਇਹ ਗੱਲਾਂ ਆਪਣੇ ਫਰਾਂਸ ਦੇ ਵਿੱਚ ਹੀ ਰੱਖੋ। ਹਾਂਜੀ। ਸੋ ਉਹਨਾਂ ਗੱਲਾਂ ਦਾ ਫਰਾਂਸ ਵਾਲੇ ਤੇ ਇੰਗਲੈਂਡ ਵਾਲਿਆਂ ਦੀ ਜਿਹੜੀ ਰਾਈਵਲਰੀ ਚੱਲਦੀ ਹੈ ਨਾ, ਉਹਦੇ ਵਿੱਚ ਕੈਨੇਡਾ ਵੀ ਫਸ ਜਾਂਦਾ। ਹਾਂਜੀ। ਕਿਉਂਕਿ ਜੋ ਕੁਝ ਉੱਥੇ ਹੁੰਦਾ, ਹੁਣ ਇਹ ਤੁਸੀਂ ਗੱਲਾਂ ਜਦੋਂ ਸਾਡੇ ਬੰਦੇ ਕਈ ਵਾਰੀ ਇੱਥੇ ਲੜ ਪੈਂਦੇ ਨਾ, ਜਾਂ ਕੋਈ ਹੋਰ ਐਥਨਿਕ ਗਰੁੱਪ ਲੜ ਪੈਂਦਾ, ਤੇ ਇਹ ਇੰਗਲੈਂਡ ਵਾਲੇ ਤੇ ਫਰਾਂਸ ਵਾਲੇ ਉਹਨਾਂ ਨੂੰ ਬੜੀ ਨਸੀਹਤ ਦਿੰਦੇ ਆ। ਹਾਂਜੀ। ਇਹ ਕਹਿਣਗੇ ਉਹ ਪੁਰਾਣੀ ਦੁਨੀਆ ਦੀਆਂ ਗੱਲਾਂ ਇੱਥੇ ਨਹੀਂ ਲੈ ਕੇ ਆਈ ਦੀਆਂ ਹੁੰਦੀਆਂ। ਇਹਨਾਂ ਨੂੰ ਪੁੱਛੇ ਵੀ ਤੁਸੀਂ ਅੱਜ ਤਾਈਂ ਉਹੋ ਹੀ ਰਾਈਵਲਰੀ ਲੈ ਕੇ ਇੱਥੇ ਤੁਰੇ ਫਿਰਦੇ ਆ। ਹਾਂਜੀ। ਜੋ ਕੁਝ ਅੱਜ ਵੀ ਹੋਇਆ ਉੱਥੇ, ਉਹਦਾ ਅਸਰ ਇੱਥੇ ਕੈਨੇਡਾ ਦੇ ਵਿੱਚ ਪੈਂਦਾ ਹੈ ਜੀ। ਤੇ ਇਹ ਵੀ ਤਾਂ ਪੁਰਾਣੀ ਗੱਲ ਹੀ ਹੈ। ਹਾਂਜੀ। ਜੇ ਇਹ ਲਿਆ ਸਕਦੇ, ਦੂਸਰੇ ਨਹੀਂ ਲਿਆ ਸਕਦੇ ਆ ਜੀ। ਬਿਲਕੁਲ। ਦੂਸਰੇ ਭੁੱਲ ਜਾਣ, ਇਹ ਨਹੀਂ ਭੁੱਲਦੇ। ਹਾਂਜੀ। ਫਰਾਂਸ ਦੇ ਵਿੱਚ ਤਾਂ ਇੰਗਲੈਂਡ ਦੇ ਵਿੱਚ ਇੱਕ ਤਾਂ ਪਹਿਲਾਂ ਤਾਂ ਯੂਰਪੀਅਨ ਯੂਨੀਅਨ ਦੇ ਮੈਂਬਰ ਸੀ। ਚਲੋ ਯੂਰਪੀਅਨ ਯੂਨੀਅਨ ਦੇ ਵਿੱਚੋਂ ਹੁਣ ਇੰਗਲੈਂਡ ਵਾਲੇ ਚਲੇ ਗਏ ਨੇ, ਉਹ ਬਾਹਰ ਨਿਕਲ ਗਏ, ਪਰ ਅਜੇ ਵੀ ਉਹ ਨੇਟੋ ਦੇ ਤਾਂ ਮੈਂਬਰ ਆ ਨਾ। ਹਾਂਜੀ। ਸੋ ਜੇ ਨੇਟੋ ਦੇ ਮੈਂਬਰ ਹੈ ਫਿਰ ਤਾਂ ਦੋਸਤ ਹੋਏ ਇੱਕ ਦੂਸਰੇ ਦੇ। ਪਰ ਲਿਜ਼ ਟਰੱਸ ਨੇ ਇਹ ਨਹੀਂ ਕਿਹਾ ਕਿ ਅਸੀਂ ਨੇਟੋ ਦੇ ਮੈਂਬਰ ਹਾਂ, ਅਸੀਂ ਵੈਸਟਰਨ ਅਲਾਇੰਸ ਦੇ ਮੈਂਬਰ ਹਾਂ। ਉਹਨੇ ਇਹ ਖਦਸ਼ਾ ਜ਼ਾਹਰ ਕੀਤਾ ਵੀ ਅਜੇ ਅਸੀਂ ਕਹਿ ਨਹੀਂ ਸਕਦੇ ਕਿ ਦੋਸਤ ਹਾਂ ਜਾਂ ਦੁਸ਼ਮਣ ਹਾਂ। ਹਾਂਜੀ। ਹੁਣ ਉਹਦਾ ਕੰਟੈਕਸਟ ਇਹ ਦੇਖਣ ਦੀ ਲੋੜ ਆ ਕਿ ਉਹ ਇਸ ਵੇਲੇ ਕੈਂਡੀਡੇਟ ਆ ਪਾਰਟੀ ਦੀ। ਹਾਂਜੀ। ਤੇ ਅਪੀਲ ਉਹਨਾਂ ਬੰਦਿਆਂ ਨੂੰ ਕਰ ਰਹੀ ਹੈ ਜਿਹੜੇ ਐਕਚੁਅਲੀ ਫ੍ਰੈਂਚ ਨੂੰ ਨਫ਼ਰਤ ਕਰਦੇ। ਹਾਂਜੀ। ਤੇ ਉਹਨੇ ਵੋਟਾਂ ਜਿਹੜੀਆਂ ਉਹਨਾਂ ਬੰਦਿਆਂ ਦੀਆਂ ਲੈਣੀਆਂ।
हाँ जी, गल सारी वोट बैंक दी हुई आ। वोट बैंक दी है। मेरा ख्याल ਜਦੋਂ जिस वेले वो प्राइम मिनिस्टर बन गई उस वेले ਉਹਦੀ स्टेटमेंट बदल जानी है। हाँ जी, क्योंकि आखिरकार ਤਾਂ ਦੋਨੇ ਹੀ ਨੀਟੋ ਦੇ ਮੈਂਬਰ ਆ, ਵੈਸਟਰਨ ਅਲਾਈਅੰਸ ਦੇ ਮੈਂਬਰ ਆ। ਇਹ ਕਹਿਣ ਚਾਹੇ ਨਾ ਕਹਿਣ, ਪਰ ਉੱਪਰੋਂ ਤਾਂ ਕਹਿਣਾ ਹੀ ਪੈਂਦਾ ਵੀ ਅਸੀਂ ਦੋਸਤ ਆ। हाँ जी, जिवें ऋषि सुनक ने कहा कि ਅਸੀਂ फ्रेंड्स हैगे, ਅਸੀਂ ਦੋਸਤ ਆ। ਉਹਨੂੰ ਮੇਰਾ ਖਿਆਲ ਹੁਣ ਪਤਾ ਹੀ ਲੱਗ ਗਿਆ ਵੀ ਜੇ ਥੋੜੇ ਜਿਹਾ ਮੋਡਰੇਟ ਜਿਹੜੇ ਇਹਨਾਂ ਦੇ ਬੰਦੇ ਆ ਉਹ ਮੈਨੂੰ ਪਾ ਦੇਣਗੇ। ਬਾਕੀ 32% ਦਾ ਫਰਕ ਕਹਿੰਦੇ ਇਸ ਵੇਲੇ। हाँ जी, ਹੋ ਸਕਦਾ ਜ਼ਿਆਦਾ ਹੋ ਜਾਵੇ, ਹੋ ਸਕਦਾ ਘੱਟ ਹੋ ਜਾਵੇ। ਉਹ 2 ਹਫ਼ਤਿਆਂ ਦੇ ਵਿੱਚ ਕੱਟੀ ਨਿਕਲ ਆਉਣੀ ਇਹਨਾਂ ਦੀ। हाँ जी, बिल्कुल। ਕਹਿੰਦੇ ਨੇ ਊਠ ਕਿਸ ਕਰਵਟ ਬੈਠਤਾ ਹੈ। हाँ जी, वो पता लग जाना ਇਹਨਾਂ ਦਾ ਪਤਾ। ਔਰ ਜੋ ਇਸ ਵੇਲੇ ਜਿਹੜੀਆਂ ਸਟੇਟਮੈਂਟਸ ਆ ਉਹਨਾਂ ਦੀ ਕੋਈ ਮਹੱਤਤਾ ਨਹੀਂ ਹੈ ਜਿੰਨਾ ਚਿਰ ਕੋਈ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਨਾ ਸਟੇਟਮੈਂਟ ਦੇਵੇ ਨਾ। हाँ जी, ऑफिशियल तौर ਤੇ जी, ਉਹਦਾ ਕੋਈ ਮਹਿਨਾ ਨਹੀਂ। हाँ जी, ਹਜੇ ਪਾਵਰ 'ਚ ਤਾਂ ਹੈ ਨਹੀਂ, ਇਸੇ ਕਰਕੇ ਤਾਂ। ਪਰ ਜਦੋਂ ਇਹਨਾਂ ਨੇ ਕਿਹਾ ਲਿਜ਼ ਟਰਸ ਨੇ, ਉਸ ਤੋਂ ਬਾਅਦ ਉਹਨਾਂ ਦੀ ਕਾਫੀ ਜ਼ਿਆਦਾ ਵਿਰੋਧਤਾ ਵੀ ਹੋਈ ਹੈਗੀ ਹੈ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ। ਤੇ ਮੈਕਰੋਨ ਨੇ ਤਾਂ ਕਹਿ ਹੀ ਦਿੱਤਾ ਸੀਗਾ ਕਿ ਇਹ ਜਿਹੜੀ ਗੱਲ ਹੈਗੀ ਆ, ਇਹਦੇ ਜਿਹੜੇ ਸਿੱਟੇ ਆ ਨਾ, ਇਹ ਬਹੁਤੇ ਵਧੀਆ ਨਹੀਂ ਨਿਕਲਣਗੇ ਫਿਊਚਰ ਦੇ ਵਿੱਚ ਵੀ। ਦੇਖੋ ਇਹਨਾਂ ਦੀ 17ਵੀਂ ਤੇ 18ਵੀਂ ਸਦੀ ਦੇ ਵਿੱਚ 116 ਸਾਲ, ਬਾਕੀ ਤਾਂ ਹੁੰਦਾ ਨਾ ਜੰਗ ਕੋਈ ਲੜਦੇ ਆ। ਵਰਲਡ ਵਾਰ 2 ਜਿਹੜੀ 6 ਸਾਲ ਚੱਲੀ ਸੀ 39 ਤੋਂ 45 ਤਾਈਂ, ਤੇ ਵਰਲਡ ਵਾਰ 1 ਚੱਲੀ ਸੀ 1914 ਤੋਂ 1919 ਤਾਈਂ। ਇਹ ਤਾਂ ਜੰਗਾਂ ਜਿਹੜੀਆਂ ਕੋਈ 5 ਦੀ ਲੱਗੀ, ਕੋਈ 2 ਦੀ ਲੱਗੀ, 3 ਸਾਲਾਂ ਦੀ ਲੱਗੀ ਹੈ। ਇਹ 116 ਸਾਲ ਲੜਦੇ ਰਹੇ। हाँ जी, 116 ਸਾਲ ਜਿਹੜੇ ਲੜਦੇ ਰਹੇ। ਅੱਛਾ, ਫਿਰ ਟ੍ਰੀਟੀ ਹੋ ਗਈ, ਫਿਰ ਉਹਨਾਂ ਨੇ ਜੋ ਕੁਝ ਵੀ ਮਨਾ ਸਕਦੇ ਸੀ ਉਹ ਮਨਾਇਆ। ਕੈਨੇਡਾ ਦੇ ਵਿੱਚ ਇਹਨਾਂ ਦੀ ਸਰਦਾਰੀ ਕਾਇਮ ਹੋ ਗਈ। ਹੋਰਨਾਂ ਜਗ੍ਹਾ ਤੇ ਵੀ ਇਹਨਾਂ ਨੇ ਕਲੋਨੀਅਲ ਅੰਪਾਇਰ ਬਣਾਏ ਜਿਨ੍ਹਾਂ ਦੇ ਵਿੱਚ ਇੰਡੀਆ ਇੱਕ ਸੀ। हाँ जी, ਜਿਹੜੀ ਬੈਟਲ ਆਫ ਪਲਾਸੀ ਆ ਉਹ 1757 ਦੇ ਵਿੱਚ ਜਿੱਤੀ ਉਹਨਾਂ ਨੇ, ਤੇ ਜਿਹੜੀ ਟ੍ਰੀਟੀ ਆਫ ਪੈਰਿਸ ਸਾਈਨ ਕੀਤੀ ਇਹਨਾਂ ਦੇ ਨਾਲ 1759 ਨੂੰ ਕੀਤੀ ਹੈ। जी, 2 ਸਾਲਾਂ ਦਾ ਫਰਕ ਹੈ। हाँ जी, ਦੁਨੀਆ ਭਰ ਦੇ ਵਿੱਚ ਉਸ ਵੇਲੇ ਇਹਨਾਂ ਦੀ ਰਾਈਵਲਰੀ ਚੱਲਦੀ ਸੀ ਨਾ ਇੱਕ ਦੂਸਰੇ ਦੇ ਨਾਲ। ਹੁਣ ਇਸ਼ੂ ਤਾਂ ਆ ਜਾਂਦੀ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਆਪਸੀ ਟਸਲ ਚੱਲਦੀ ਹੈ ਉਹ ਚਾਹੇ ਇੱਕ ਦੂਜੇ ਦੇ ਫਰੈਂਡ ਕਹਿਣ ਅਸੀਂ ਨੇਟੋ ਦੇ ਮੈਂਬਰ ਆ, ਇਹ ਜਿਹੜੀਆਂ ਪੁਰਾਣੀਆਂ ਗੱਲਾਂ ਤਾਂ ਮੁੜ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ। हाँ जी, ਕਿਉਂਕਿ ਜਿਹੜੇ ਦੇਸ਼ 116 ਸਾਲ ਇੱਕ ਦੂਜੇ ਨਾਲ ਲੜਦੇ ਰਹੇ, ਫਿਰ ਟ੍ਰੀਟੀ ਜਦੋਂ ਇਹਨਾਂ ਦੀ ਹੋਈ ਉਸ ਤੋਂ ਬਾਅਦ ਫਿਰ ਲੜੇ। ਇਹ ट्रीटी तो बाद भी 1759 ਦੇ ਵਿੱਚ ਹੋਈ ਆ। ਫਿਰ ਵੱਡੀ ਲੜਾਈ ਹੋਈ ਆ ਜਦੋਂ ਨਪੋਲੀਅਨ ਆ ਗਿਆ ਪਾਵਰ ਦੇ ਵਿੱਚ। ਨਪੋਲੀਅਨ ਨੂੰ ਗੁੱਸਾ ਸੀ ਵੀ ਇਹਨਾਂ ਨੇ ਸਾਡੇ ਤੇ ਜ਼ਬਰਦਸਤ ਟ੍ਰੀਟੀ ਸੰਧੀ ਲਾਈ ਸੀ, ਤੇ ਨਪੋਲੀਅਨ ਨੇ ਜਿੱਤ ਤਾਂ ਜਾਣਾ ਸੀ ਪਰ ਉਹਨੇ ਪੰਗੇ ਬਹੁਤ ਲਏ ਸੀ। ਇੱਕ ਦੇਸ਼ ਨਾਲ ਨਹੀਂ ਸੀ ਪੰਗਾ ਲਿਆ जी, ਉਹਨੇ ਸਾਰੇ ਯੂਰਪ ਨਾਲ ਪੰਗਾ ਲਿਆ ਸੀ। ਨਪੋਲੀਅਨ ਇੱਕ ਬਹੁਤ ਬ੍ਰਿਲੀਅੰਟ ਬੰਦਾ ਸੀ, ਬੜਾ ਤਕੜਾ ਜਰਨੈਲ ਸੀ। ਉਹ ਬੜੀਆਂ ਉਹਦੀਆਂ ਤਕੜੀਆਂ ਫੌਜਾਂ ਸੀ, ਪਰ ਉਹਦਾ ਇੱਕ ਮਾੜੀ ਆਦਤ ਸੀ ਕਿ ਮੇਰਾ ਖਿਆਲ ਉਹਨੇ ਹਰ ਪਾਸੇ ਹੀ ਲੜਾਈ ਸ਼ੁਰੂ ਕੀਤੀ ਸੀ। ਇੱਕ ਜ਼ਮਾਨੇ ਦੇ ਵਿੱਚ ਇੰਗਲੈਂਡ ਵਾਲੇ ਇੰਡੀਆ ਬੈਠੇ ਕੰਬਦੇ ਸੀ। हाँ जी, ਉਦੋਂ ਖਬਰਾਂ ਆ ਰਹੀਆਂ ਸੀ ਕਿ ਜਦੋਂ ਰਸ਼ੀਆ ਦੇ ਨਾਲ ਨਪੋਲੀਅਨ ਨੇ ਸੰਧੀ ਕੀਤੀ ਪਹਿਲਾਂ ਜ਼ਾਰ ਦੇ ਨਾਲ, ਤੇ ਕਹਿੰਦੇ ਸੀ ਕਿ ਉਹਨਾਂ ਦੋਹਾਂ ਜਾਣਿਆਂ ਨੇ ਫੌਜਾਂ ਆਪਣੀਆਂ ਇਰਾਨ ਦੇ ਵਿੱਚ ਲੈ ਆਉਣੀਆਂ, ਉਸ ਤੋਂ ਇਰਾਨ ਤੋਂ ਚੱਲ ਕੇ ਅਫਗਾਨਿਸਤਾਨ ਤੇ ਇੰਡੀਆ ਵਿੱਚ ਆ ਜਾਣੀਆਂ, ਔਰ ਇਹਨਾਂ ਨੇ ਇੰਡੀਆ ਤੇ ਕਬਜ਼ਾ ਕਰ ਲੈਣਾ। ਪਰ ਉਹਨਾਂ ਦਿਨਾਂ ਦੇ ਵਿੱਚ ਨਪੋਲੀਅਨ ਨੇ ਫਿਰ ਸਪੇਨ ਤੇ ਹਮਲਾ ਕਰਤਾ। ਫਿਰ ਇਹਨਾਂ ਨੂੰ ਰਾਹਤ ਮਿਲੀ ਥੋੜੀ ਬਹੁਤ, ਪਰ ਉਹਨਾਂ ਨੇ ਨਪੋਲੀਅਨ ਦੀ ਆਹੀ ਗਲਤੀ ਰਹੀ ਹੈ ਕਿ ਉਹਨੇ ਬਹੁਤ ਦੇਸ਼ਾਂ ਨੂੰ ਨਾਲ ਦੁਸ਼ਮਣੀ ਲਈ। ਹਰ ਇੱਕ ਮੁਲਕ ਤੇ ਉਹਨੇ ਪਹਿਲਾਂ ਤਾਂ ਰਸ਼ੀਆ ਦੇ ਨਾਲ ਉਹਨਾਂ ਦੀ ਸੰਧੀ ਹੋਈ, ਦੋਸਤ ਸੀ, ਫਿਰ ਰਸ਼ੀਆ ਤੇ ਹਮਲਾ ਕਰਤਾ। जी, ਨਪੋਲੀਅਨ ਦੀ ਇਹ ਵੀ ਗਲਤੀ ਹੁੰਦੀ ਸੀ ਕਿ ਕੋਈ ਦੇਸ਼ ਨਹੀਂ ਛੱਡਿਆ ਜਿਹੜਾ ਉਹਨੇ ਜੇ ਤੇ ਹਮਲਾ ਨਾ ਕੀਤਾ ਹੋਵੇ, ਨਹੀਂ ਤਾਂ ਇੰਗਲੈਂਡ ਵਾਲਿਆਂ ਨੂੰ ਉਹਨੇ ਸਬਕ ਸਿਖਾ ਦੇਣਾ ਸੀ ਜੇ ਇਕੱਲੇ ਇੰਗਲੈਂਡ ਵਾਲਿਆਂ ਦੇ ਦੁਆਲੇ ਰਹਿੰਦਾ। हाँ जी, ਕਿਉਂਕਿ ਇੰਗਲੈਂਡ ਵਾਲਿਆਂ ਦੇ ਖਿਲਾਫ ਦੂਸਰੇ ਮੁਲਕ ਵੀ ਸੀਗੇ ਨਾ, ਹਾਂਜੀ। ਰਸ਼ੀਆ ਵਾਲੇ ਵੀ ਸੀ, ਜਰਮਨੀ ਵਾਲੇ ਵੀ ਸੀ, ਆਸਟਰੀਆ ਵਾਲੇ ਵੀ ਸੀ, ਹੰਗਰੀ ਵਾਲੇ ਸੀ, ਫਿਰ ਸਪੇਨ ਵਾਲੇ ਵੀ ਸੀ। जी, ਪਰ ਜੇ ਉਹਨਾਂ ਦੇ ਨਾਲ ਪੰਗੇ ਨਾ ਲੈਂਦਾ ਤੇ ਫਿਰ ਇੰਗਲੈਂਡ ਨੂੰ ਉਹ ਜਿੱਤ ਹਾਸਲ ਕਰ ਸਕਦਾ ਸੀ।
ਲੜਾਈ ਇਹਨਾਂ ਦੀ ਅੱਜ ਤਾਈਂ ਹੁੰਦੀ ਰਹੀ ਹੈ। ਉੱਥੇ ਦੀ ਲੜਾਈ ਜਿਹੜੀ ਆ ਉਹ ਇੱਥੇ ਸਾਡੇ ਕੈਨੇਡਾ ਦੇ ਵਿੱਚ ਆ ਜਾਂਦੀ ਹੈ। ਹਾਂਜੀ ਬਿਲਕੁਲ। ਡਾਕਟਰ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਆਪਾਂ ਟੋਰਾਂਟੋ ਵਿਖੇ ਵਾਪਰੀ ਇੱਕ ਖਬਰ ਬਾਰੇ। ਇੱਕ ਵੈਨਕੂਵਰ ਨਿਵਾਸੀ ਔਰਤ ਸੀ ਜੋਆਨਾ ਬੋਨੀਫੇਸ। ਉਹ ਟੋਰਾਂਟੋ ਗਈ ਸੀ ਤੇ ਉੱਥੇ ਜਾ ਕੇ ਉਹਨੇ ਕਾਰ ਕੀਤੀ ਸੀ ਰੈਂਟ। 300 ਕਿਲੋਮੀਟਰ ਉਹਨੇ ਡਰਾਈਵ ਕੀਤੀ ਤੇ ਜਿਹੜਾ ਕਾਰ ਦਾ ਰੈਂਟ ਸੀਗਾ ਰੈਂਟਲ ਕੰਪਨੀ ਨੇ ਉਹਨੂੰ $8,000 ਚਾਰਜ ਕੀਤਾ। ਕਾਰ ਦਾ ਜਿਹੜਾ ਰੈਂਟ ਹੈਗਾ ਤੇ ਉਹਨੇ $1,000 ਦੀ ਐਕਚੁਅਲੀ ਪਹਿਲਾਂ ਹੀ ਪ੍ਰੀਪੇਮੈਂਟ ਕੀਤੀ ਹੋਈ ਸੀ ਤੇ ਜਦੋਂ ਵਾਪਸ ਉਹ ਆ ਰਹੀ ਸੀ ਤਾਂ ਉਹਨੇ ਸੋਚਿਆ ਕਿ ਉਹ ਆਪਣੀ ਕ੍ਰੈਡਿਟ ਕਾਰਡ ਸਟੇਟਮੈਂਟ ਚੈੱਕ ਕਰ ਲਵੇ ਤੇ ਜਦੋਂ ਉਹਨੇ ਦੇਖਿਆ ਕਿ 300 ਕਿਲੋਮੀਟਰ ਉਹਨੇ ਸਿਰਫ ਕਾਰ ਚਲਾਈ ਆ ਤੇ ਚਾਰਜ ਕੀਤਾ ਗਿਆ $8,000, ਉਹਦੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਤਾਂ ਉਹਨੇ ਵਾਪਸ ਫਿਰ ਰੈਂਟਲ ਕੰਪਨੀ ਨੂੰ ਕਾਲ ਕਰਨੀ ਸ਼ੁਰੂ ਕੀਤੀ। ਕਿਸੇ ਨੇ ਵੀ ਉਹਦੀ ਕੋਈ ਗੱਲ ਨਹੀਂ ਸੁਣੀ। ਪਹਿਲਾਂ ਤਾਂ ਉਹਦੇ ਫੋਨ ਨੂੰ ਆਨਸਰ ਹੀ ਨਹੀਂ ਕੀਤਾ, ਕਿੰਨਾ ਟਾਈਮ ਉਹ ਜਦੋਜਹਿਦ ਕਰਦੀ ਗਈ। ਉਸ ਤੋਂ ਬਾਅਦ ਫਿਰ ਜਦੋਂ ਇਹ ਖਬਰ ਮੀਡੀਆ ਦੇ ਵਿੱਚ ਆਈ ਤਾਂ ਫਿਰ ਰੈਂਟਲ ਕੰਪਨੀ ਨੇ ਉਹਦੇ ਨਾਲ ਕੰਟੈਕਟ ਕੀਤਾ ਤਾਂ ਫਿਰ ਉਹਦੇ ਨਾਲ ਹਿਸਾਬ ਕਿਤਾਬ ਕੀਤਾ, ਜਿੰਨਾ ਉਹਨੂੰ ਰਿਫੰਡ ਕਰਨਾ ਸੀ ਕਰ ਦਿੱਤਾ। ਤੁਸੀਂ ਇਸ ਖਬਰ ਬਾਰੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਇਹ ਨਾਰਮਲ ਬਣ ਚੁੱਕਾ ਹੈ ਅੱਜ ਕੱਲ ਕਿ ਜਦੋਂ ਵੀ ਗਲਤੀ ਲੱਗਦੀ ਆ ਉਹਦੇ ਵਿੱਚ ਕਸਟਮਰ ਪੇ ਕਰਦੇ। ਹਾਂਜੀ। ਗਲਤੀ ਕਦੇ ਕੰਪਨੀ ਨੂੰ ਲੱਗਦੀ ਵੀ ਚਲੋ ਫ੍ਰੀ ਕਾਰ ਦੇ ਦਿੱਤੀ ਉਹਨਾਂ ਨੇ, ਤੁਹਾਨੂੰ ਪੈਸੇ 36,000 ਦੇ ਦਿੱਤਾ, 8,000 ਦੇ ਦਿੱਤਾ। ਹਾਂਜੀ। ਇਹ ਉਹਨਾਂ ਦੇ ਕਦੇ ਗਲਤੀ ਨਹੀਂ ਲੱਗਦੀ ਜੀ। ਗਲਤੀ ਲੱਗੂਗੀ ਤਾਂ ਕਸਟਮਰ ਦੇ ਲੱਗਦੀ ਆ। ਹੁਣ ਉਹਨੇ 3 ਦਿਨ ਕਾਰ ਚਲਾਈ ਆ ਤੇ ਉਹਨੂੰ ਚਾਰਜ ਕੀਤਾ 36,000 ਕਿਲੋਮੀਟਰ ਦਾ। ਹਾਂਜੀ। ਤੇ ਉਹ ਕਹਿੰਦੀ ਵੀ ਜੇ ਸਦਾ ਹੀ ਜੇ 36,000 ਮਤਲਬ 72 ਘੰਟੇ ਲਈ ਕਾਰ ਰੈਂਟ ਤੇ ਕੀਤੀ ਸੀ, ਉਹ ਕਹਿੰਦੀ ਮੈਂ ਜੇ ਹੋਰ ਨਾ ਵੀ ਕੁਝ ਕਰਦੀ 72 ਘੰਟੇ ਸਿਰਫ 500 ਕਿਲੋਮੀਟਰ ਤੇ ਚਲਾਉਂਦੀ, ਜਿਹੜੀ ਜਹਾਜ਼ ਦੀ ਰਫ਼ਤਾਰ ਹੈ ਵੈਸੇ 500 ਕਿਲੋਮੀਟਰ ਪ੍ਰਤੀ ਘੰਟਾ ਚਲਾਉਂਦੀ, 72 ਘੰਟੇ ਚਲਾਉਂਦੀ ਰਹਿੰਦੀ ਤਾਂ 36,000 ਹੋਣਾ। ਹਾਂਜੀ। ਤੇ ਇਹਨਾਂ ਨੇ ਕਿਹੜੇ ਹਿਸਾਬ ਨਾਲ ਬਣਾਤੀ ਤੇ ਫਿਰ ਉਹ ਪੈਸੇ ਲੈ ਲੈਂਦੇ ਆ ਕਿਉਂਕਿ ਤੁਸੀਂ ਆਪਣਾ ਕਾਰਡ ਦਿੱਤਾ ਹੈ ਉਹਨਾਂ ਨੂੰ, ਕਾਰਡ ਤੇ ਉਹ ਚਾਰਜ ਕਰ ਦਿੰਦੇ। ਹਾਂਜੀ। ਇਹ ਵਧੀਆ ਗੱਲ ਹੈ ਵੀ ਉਹਨਾਂ ਨੇ ਨੋਟਿਸ ਕਰ ਲਿਆ। ਕਈ ਵਾਰੀ ਤੁਸੀਂ ਨੋਟਿਸ ਹੀ ਨੰਬਰ ਆਫ ਡੇਜ਼ ਕਰਦੇ, ਕਈ ਵਾਰੀ ਵੀਕਸ ਨਹੀਂ ਕਰਦੇ, ਪਤਾ ਨਹੀਂ ਲੱਗਦਾ ਤੁਹਾਨੂੰ। ਆਪਾਂ ਸਟੇਟਮੈਂਟ ਚੈੱਕ ਨਹੀਂ ਕਰਦੇ। ਸਮ ਟਾਈਮਸ ਜਦੋਂ ਆਪਾਂ ਪੇਮੈਂਟ ਕਰਨੀ ਹੁੰਦੀ ਹੈ ਉਦੋਂ ਹੀ ਦੇਖਦੇ ਆ। ਉਦੋਂ ਹੀ ਦੇਖਦੇ ਨਾ। ਹਾਂਜੀ। ਹੁਣ ਇਹਨੇ ਕੁੜੀ ਨੇ ਜਾ ਕੇ ਉੱਥੇ 에ਅਰਪੋਰਟ ਤੇ ਦੇਖ ਲਿਆ ਵੀ ਮੈਨੂੰ ਪੈਸੇ ਕਿੰਨੇ ਚਾਰਜ ਕੀਤੇ। ਹਾਂਜੀ। ਫਿਰ ਉਹਨੂੰ ਇੱਕਦਮ ਲੱਗਾ ਵੀ ਮੈਨੂੰ $8,000 ਕਿੱਥੋਂ ਚਾਰਜ ਕਰ ਲਿਆ। ਹਾਂਜੀ। 8,000 ਦੀ ਤਾਂ ਕਾਰ ਲੈ ਲੈਣੀ ਸੀ ਮੈਂ। ਹਾਂਜੀ। ਅੱਛਾ। ਉਹ ਫਿਰ ਇਹ ਜਿਹੜੀ ਦੇਖੋ, ਇਹ ਚਾਹੇ ਸਰਕਾਰ ਹੈ ਚਾਹੇ ਪ੍ਰਾਈਵੇਟ ਕੰਪਨੀਜ਼ ਹੈ, ਇਹ ਕਦੇ ਵੀ ਆਪਣੀ ਗਲਤੀ ਨਹੀਂ ਮੰਨਣੀ ਹੈ। ਸਾਡੇ ਹੁਣ ਇੱਕ ਗੱਲ ਬਣ ਚੁੱਕੀ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਕਿ ਕਦੇ ਤੁਹਾਡਾ ਫੋਨ ਨਹੀਂ ਕੋਈ ਚੱਕਦਾ। ਤੁਸੀਂ ਫੋਨ ਤੇ ਜਾਂਦੇ ਆ, ਫੋਨ 2-2 3-3 ਘੰਟੇ 4-4 ਘੰਟੇ ਲੈ ਕੇ ਬੈਠੇ ਰਹੋ ਤੇ ਫਿਰ ਉਹ ਚੱਕਦੇ ਆ। ਜਦੋਂ ਫਿਰ ਚੱਕਦਾ ਆ ਤੇ ਫਿਰ ਉਹ ਜਿਹੜੇ ਉਹਨਾਂ ਦੇ ਬਿਲਕੁਲ ਲੋਅਰ ਲੈਵਲ ਦੇ EMPLOYEES ਚੱਕਦੇ ਆ। ਕਾਲ ਸੈਂਟਰ ਜ਼ਿਆਦਾ ਚੱਕਦੇ ਆ ਵੈਸੇ, ਜਿਨ੍ਹਾਂ ਦੇ ਕੋਲ ਫੈਸਲਾ ਕਰਨ ਦਾ ਕੋਈ ਹੱਕ ਨਹੀਂ ਹੁੰਦਾ, ਅਥਾਰਟੀ ਹੁੰਦੀ ਨਹੀਂ, ਕੋਈ ਪਾਵਰ ਹੁੰਦੀ ਨਹੀਂ ਉਹਨਾਂ ਦੇ ਕੋਲ ਵਿਚਾਰਿਆਂ ਦੇ। ਤੇ ਡਾਕਟਰ ਸਾਹਿਬ ਤੁਸੀਂ ਇਹ ਦੇਖੋ ਕਿ ਜਦੋਂ ਕਾਲ ਏਦਾਂ ਕੀਤਾ ਜਾਂਦਾ, ਕੋਈ ਮਸਲਾ ਆ ਜਾਂਦਾ ਤਾਂ ਤੁਹਾਨੂੰ ਕਿੰਨੇ ਘੰਟੇ ਪਹਿਲਾਂ ਹੋਲਡ ਤੇ ਹੀ ਪਾਈ ਰੱਖਦੇ ਆ। ਫਿਰ ਉਹ ਕਈ ਵਾਰੀ ਕਹਿਣਗੇ ਕਿ ਤੁਹਾਨੂੰ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੈਂ ਆਪਣੀ ਮੈਨੇਜਰ ਦੇ ਨਾਲ ਤੁਹਾਡੀ ਗੱਲ ਕਰਾਉਣਾ, ਟ੍ਰਾਂਸਫਰ ਕਰਨੀ ਹੈ। ਅੱਛਾ। ਫਿਰ ਕਈ ਘੰਟੇ ਉਹ ਮੈਨੇਜਰ ਲਈ ਤੁਸੀਂ ਵੇਟ ਕਰ ਰਹੇ ਹੋ, ਕਈ ਵਾਰੀ ਤਾਂ ਕੱਟ ਹੀ ਹੋ ਜਾਂਦੀ ਹੈ। ਹਾਂਜੀ। ਤੁਸੀਂ ਦੁਬਾਰਾ ਫੇਰ ਕਾਲ ਕਰੋ। ਹੁਣ ਉਹ ਮੈਨੇਜਰ ਵੀ ਇੰਨੇ ਕੀ ਹੁੰਦੇ, ਉਹ ਜਿਹੜਾ ਥੱਲੇ ਵਾਲਾ ਕਾਲ ਕਰਨ ਵਾਲਾ ਉਹਦਾ ਇੱਕ ਉੱਤੇ ਜਾਂ ਮੈਨੇਜਰ ਹੁੰਦਾ, ਉਹਨੇ ਵੀ ਕੁਝ ਨਹੀਂ ਕਰਨਾ ਹੁੰਦਾ। ਹਾਂਜੀ। ਵੈਸੇ ਉਹ ਕਹਿਣ ਨੂੰ ਹੁੰਦਾ ਵੀ ਮੈਨੇਜਰ ਆ ਮੇਰਾ। ਹੁਣ 2 ਤਰੀਕੇ ਆ ਜਿਹਨਾਂ ਫਿਰ ਸੂਤ ਆਉਂਦੇ। ਇੱਕ ਤਾਂ ਤਰੀਕਾ ਹੈਗਾ ਤੁਸੀਂ ਕੰਪਨੀ ਦੇ ਬਿਲਕੁਲ ਉੱਪਰ ਜਾਓ, ਤੁਸੀਂ ਜਿਹੜੇ CEO ਵਗੈਰਾ ਆ ਨਾ, ਬੋਰਡ ਆਫ ਡਾਇਰੈਕਟਰਸ ਆ ਇਹਨਾਂ ਦੇ, ਉਹਨਾਂ ਨੂੰ ਆਪਣੀ ਈਮੇਲਸ ਲਿਖੋ, ਉਹਨਾਂ ਨੂੰ ਦੱਸੋ ਵੀ ਆਹ ਇਸ਼ੂ ਆ। ਹਾਂਜੀ। ਫਿਰ ਉਹ ਜ਼ਰੂਰ ਫੋਨ, ਜਦੋਂ ਉਹਨਾਂ ਦੇ CEO ਦੇ ਦਫ਼ਤਰ ਤੋਂ ਜਦੋਂ ਫੋਨ ਆਉਂਦਾ ਨਾ ਤਾਂ ਲੱਤਾਂ ਕੰਬਣ ਲੱਗ ਪੈਂਦੀਆਂ ਇਹਨਾਂ ਥੱਲੇ ਵਾਲੇ EMPLOYEES ਦੀ। ਫਿਰ ਉਹ ਦੇਖਦੇ ਵੀ ਅਸੀਂ ਕਿਹੜੀ ਗਲਤੀ ਕਰ ਲਈ। ਫਿਰ ਉਹ ਕੁਛ ਨਾ ਕੁਛ ਸੋਲੂਸ਼ਨ ਲੱਭਦੇ, ਉਹਦਾ ਰੀਜਨਲ ਮੈਨੇਜਰ ਲੱਭੂਗਾ, ਕੋਈ ਉਹਨਾਂ ਦੀ ਐਗਜ਼ੈਕਟਿਵ ਦਾ ਮੈਂਬਰ ਲੱਭੂਗਾ। ਜੇ ਉਹ ਨਹੀਂ ਕਰਦੇ, CEO ਨੂੰ ਕਮ ਸੇ ਕਮ ਚੀਫ ਐਗਜ਼ੈਕਟਿਵ ਆਫਿਸਰ ਨੂੰ ਪਤਾ ਲੱਗ ਗਿਆ ਤੁਹਾਡਾ। ਹਾਂਜੀ।
ਫਿਰ ਉਹ ਕੱਲ ਨੂੰ ਕੰਮ ਤੇ ਮਤਲਬ ਮੀਡੀਆ ਨੂੰ ਇਹ ਕਹਿਣ ਜੋਗਾ ਨਹੀਂ ਹੋਊਗਾ। ਤੁਸੀਂ ਜਦੋਂ ਮੀਡੀਆ ਦੇ ਕੋਲ ਜਾਓਗੇ ਨਾ, ਫਿਰ ਤੁਸੀਂ ਦੱਸੋ ਵੀ ਦੇਖੋ ਮੈਂ ਥੱਲਿਓਂ ਸ਼ੁਰੂ ਕਰਕੇ CEO ਤਾਈਂ ਗਿਆ, ਇਹਨਾਂ ਨੇ ਆਹ ਗੱਲ ਨਹੀਂ ਸੁਣੀ ਮੇਰੀ। ਹਾਂਜੀ। ਤੇ ਸਾਡੀ ਕੰਪਨੀ ਜਿਹੜੀ ਜੇ ਵੀਜ਼ੇ ਵਾਲਿਆਂ ਨੂੰ ਕਰਦੇ ਆ ਤਾਂ ਉਹ ਪੇਮੈਂਟ ਰੋਕਦੇ ਨਹੀਂ, ਉਹ ਕਹਿੰਦੇ ਚੱਲ ਗਈ, ਹੁਣ ਤਾਂ ਥਰੂ ਹੋ ਗਈ, ਤੁਸੀਂ ਪਹਿਲਾਂ ਹੀ ਅਪਲਾਈ ਕੀਤਾ ਸੀ ਇਹਨਾਂ। ਇੱਕ ਹੋਰ ਵੀ ਗੱਲ ਆ ਡਾਕਟਰ ਸਾਹਿਬ, ਜੇ ਮੰਨ ਲਓ ਕਿ ਵੀਜ਼ੇ ਤੋਂ ਤੁਹਾਡੇ ਤੋਂ ਪੈਸੇ ਚੁੱਕੇ ਜਾਂਦੇ ਆ ਤੇ ਤੁਹਾਨੂੰ ਰੀਅਲਾਈਜ਼ ਹੋ ਜਾਂਦਾ ਕਿ ਉਹਨਾਂ ਨੇ ਜ਼ਿਆਦਾ ਚੁੱਕ ਲਏ, ਉਹ ਕਹਿ ਦਿੰਦੇ ਨੇ ਕਿ ਹਜੇ ਪੇਮੈਂਟ ਅਸੀਂ ਪੋਸਟ ਨਹੀਂ ਕੀਤੀ, ਪੈਂਡਿੰਗ ਸ਼ੋ ਕਰਦੀ ਹੈ, ਤੁਹਾਨੂੰ ਵੇਟ ਕਰਨੀ ਪੈਂਦੀ ਹੈ ਫॉर 24 ਆਵਰਸ। 24 ਪਹਿਲਾਂ ਉਹਨਾਂ ਨੇ ਪੋਸਟ ਕੀਤੀ ਹੁੰਦੀ ਹੈ। ਹਾਂਜੀ। ਤੇ ਫਿਰ ਉਹ ਥਰੂ ਹੋ ਜਾਂਦੀ ਹੈ ਵੈਸੇ। ਹਾਂਜੀ। ਹੁਣ ਵੱਖ-ਵੱਖ ਮੀਡੀਆ ਆਊਟਲੈਟਸ ਨੇ, ਜਿੱਦਾਂ CBC ਗੋ ਪਬਲਿਕ, CTV, ਗਲੋਬਲ ਵਾਲਿਆਂ ਨੇ, ਇਹਨਾਂ ਨੇ ਇੱਕ ਜਰਨਲਿਸਟ ਸਦਾ ਡਿਊਟੀ ਤੇ ਲਾਇਆ ਹੁੰਦਾ। ਜੇ ਕੋਈ ਵੀ ਪਬਲਿਕ ਦੇ ਵਿੱਚ ਬੰਦਾ ਜਿਹਨੂੰ ਕੋਈ ਇਦਾਂ ਦੀ ਤਕਲੀਫ ਹੋਵੇ, ਤੁਸੀਂ ਇੱਕ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤਾਈਂ, ਇੱਦਾਂ ਨਾ ਹੋਵੇ ਪਹਿਲਾਂ ਹੀ ਸਿੱਧਾ ਮੀਡੀਆ ਨਾਲ ਕੰਟੈਕਟ ਕਰੋ। ਤੁਸੀਂ ਆਪਣੇ ਤੋਂ ਤੁਹਾਡੀ ਕੰਪਨੀ ਫਿਰ ਕਹਿੰਦੀ ਸਾਨੂੰ ਤਾਂ ਇਹਨੇ ਦੱਸਿਆ ਹੀ ਨਹੀਂ ਬੰਦੇ ਨੇ। ਹਾਂਜੀ। ਸਰਕਾਰ ਵੀ ਇਦਾਂ ਕਹਿੰਦੀ ਸਾਨੂੰ ਤਾਂ ਇਹਨੇ ਦੱਸਿਆ ਹੀ ਨਹੀਂ ਕੁਛ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਕੁਛ ਪਤਾ ਹੀ ਨਹੀਂ। ਤੁਸੀਂ ਉਹਨੇ ਪਹਿਲਾਂ ਉਹ ਕੀ ਕਹਿੰਦੇ ਹੁੰਦੇ, ਪੌੜੀ ਜਿਹੜੀ ਚੜ੍ਹਨੀ ਹੈ ਨਾ, ਥੱਲਿਓਂ ਲੈ ਕੇ ਤਾਂ ਹੀ ਜਾ ਕੇ ਦੇਖ ਲਓ। ਹਾਂਜੀ। ਜੇ ਅਖੀਰਲੀ ਗੱਲ ਆ ਤਾਂ ਪਬਲਿਕ ਜਾਓ। ਜਦੋਂ ਪਬਲਿਕ ਹੁਣ CBC ਨੇ, CTV ਨੇ, ਸਾਰੇ ਕੈਨੇਡਾ ਚੋਂ ਖਬਰ ਦੇਣੀ ਹੈ ਨਾ, ਫਿਰ ਉਹ ਜਿਹੜਾ ਉਹਨਾਂ ਦੇ ਚੀਫ ਐਗਜ਼ੈਕਟਿਵ ਆਫਿਸਰ ਦਾ ਦਫ਼ਤਰ ਜ਼ਰੂਰ ਨੋਟਿਸ ਕਰਦਾ ਕਿ ਅਸੀਂ ਜਿਹੜੇ ਖਬਰਾਂ ਦੇ ਵਿੱਚ ਆ ਗਏ, ਕੀ ਗੱਲ ਹੋ ਗਈ। ਹਾਂਜੀ। ਸਾਡਾ ਤਾਂ ਬਿਜ਼ਨਸ ਥੱਲੇ ਚੱਲ ਜਾਣਾ ਜੀ, ਅਸੀਂ ਚੋਰਾਂ ਦੇ ਤੌਰ ਤੇ ਪੇਸ਼ ਕੀਤੇ ਗਏ। ਫਿਰ ਉੱਥੇ ਫੋਨ ਲਾਈਨ ਖੜਕਦੀਆਂ ਸਾਰੇ ਵੀ ਤੁਸੀਂ ਦੱਸੋ ਵੀ ਥੱਲਿਓਂ ਕਿਉਂ ਨਹੀਂ ਸੋਲਵ ਕੀਤਾ ਜੀ। ਫਿਰ ਇੱਕ ਦੂਜੇ ਨਾਲ ਬਲੇਮ ਕਰਦੇ ਰਹਿੰਦੇ ਵੈਸੇ, ਪਰ ਕਮ ਸੇ ਕਮ ਕੋਈ ਨਾ ਕੋਈ ਉਹਨਾਂ ਨੂੰ ਅਥਾਰਟੀ ਆਉਂਦੀ ਆ ਉੱਪਰੋਂ ਕਿ ਤੁਸੀਂ ਇਹਨਾਂ ਦਾ ਮਸਲਾ ਸੋਲਵ ਕਰੋ, ਨਹੀਂ ਤਾਂ ਇਹ ਖਬਰ ਆ ਜਿਹੜੀ ਕੱਲ ਨੂੰ ਵੀ ਆ ਜਾਣੀ ਹੈ, ਪਰਸੋਂ ਨੂੰ ਵੀ ਆ ਜਾਣੀ ਹੈ। ਹਾਂਜੀ। ਜਿਹਦੇ ਨਾਲ ਸਾਡਾ ਬਿਜ਼ਨਸ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ। 8,000 ਤਾਂ ਇਹਨੂੰ ਚਾਰਜ ਕੀਤਾ ਨਾ, 80,000 ਦਾ ਰੋਜ਼ ਘਾਟਾ ਪੈ ਰਿਹਾ। ਹਾਂਜੀ। ਲੋਕੀ ਵੀ ਤਾਂ ਹਟ ਜਾਂਦੇ ਨਾ। ਹਾਂਜੀ। ਜੇ ਕੰਪਨੀ ਦਾ ਇਹ ਹਰ ਰੋਜ਼ ਪ੍ਰਚਾਰ ਹੁੰਦਾ ਹੈ ਕਿ ਚੋਰਾਂ ਦੀ ਕੰਪਨੀ ਹੈ, ਇਦਾਂ ਕਰਦੇ ਆ, ਉਹਨਾਂ ਦੇ ਲੋਕਾਂ ਨੇ ਜਾਣਾ ਹੀ ਨਹੀਂ। ਹਾਂਜੀ। ਕਿਉਂਕਿ ਰੈਂਟਲ ਬਿਜ਼ਨਸ ਦੇ ਵਿੱਚ ਕੱਲੀ ਇਹ ਅਵਸਥਾ ਹੈ ਨਹੀਂ। ਹਾਂਜੀ। ਹੋਰ ਵੀ ਕੰਪਨੀਆਂ ਹਨ। ਹਾਂਜੀ। ਸੋ ਇਸ ਕਰਕੇ ਉਹਨਾਂ ਨੂੰ ਡਰ ਪੈਂਦਾ ਹੈ ਕਿ ਅਸੀਂ ਕੰਪੀਟੀਸ਼ਨ ਦੇ ਵਿੱਚ ਲੂਜ਼ ਕਰ ਜਾਵਾਂਗੇ। ਹਾਂਜੀ। ਸੋ ਅੱਜ ਕੱਲ ਜੇ ਮੀਡੀਆ ਪੋਜ਼ਿਟਿਵ ਰੋਲ ਕਰ ਰਿਹਾ ਹੈ ਨਾ, ਤਾਂ ਉਹ ਇਸ ਕਰਕੇ ਕਰ ਰਿਹਾ ਹੈ ਕਿ ਕਈ ਵਾਰ ਗੋ ਪਬਲਿਕ ਦੇ ਥਰੂ ਤੁਸੀਂ ਆਪਣਾ ਰੈਜ਼ੋਲੂਸ਼ਨ ਕਰ ਸਕਦੇ ਹੋ। ਜੀ ਬਿਲਕੁਲ, ਜਿੱਦਾਂ ਡਾਕਟਰ ਸਾਹਿਬ ਹੁਣ ਆਪਾਂ ਇਸ ਖਬਰ ਦਾ ਜੇ ਜ਼ਿਕਰ ਕਰਦੇ ਹਾਂ, ਬਾਅਦ ਦੇ ਵਿੱਚ ਉਹ ਕਹਿੰਦੇ ਕਿ ਸਾਡੇ ਸਿਸਟਮ 'ਚ ਐਰਰ ਆ ਗਿਆ ਸੀ। ਐਰਰ ਆਇਆ ਕੀ ਸੀ ਉਹ ਨਹੀਂ ਦੱਸਦੇ, ਇਹ ਕਹਿ ਦਿੰਦੇ ਨੇ ਕਿ ਐਰਰ ਦੀ ਕਰਕੇ ਇਹ ਗਲਤੀ ਹੋਈ ਆ। ਉਹਨਾਂ ਨੂੰ ਪੁੱਛੇ ਵੀ ਐਰਰ ਇਦਾਂ ਨਹੀਂ ਕਦੇ ਤੁਹਾਡੇ ਆਉਂਦਾ, ਲੈਟਸ ਸੇ ਵੀ ਪਿਛਲੇ ਸਾਲ ਦੇ ਵਿੱਚ ਕਿੰਨੇ ਤੁਹਾਡੇ ਗਲਤੀਆਂ ਹੋਈਆਂ, 30, 35, 40 ਬੰਦਿਆਂ ਨਾਲ ਗਲਤੀਆਂ ਕੀਤੀਆਂ ਨਾ, ਚਲੋ ਮੰਨ ਲਿਆ ਤੁਹਾਨੂੰ, ਅਸੀਂ ਕੋਈ ਆંકੜਾ ਦੇ ਦਿੰਨੇ ਆ ਕਿ 50 ਗਲਤੀਆਂ ਕੀਤੀਆਂ ਤੁਸੀਂ ਪਿਛਲੇ ਸਾਲ, ਤੁਹਾਡੇ ਸਿਸਟਮ ਨੇ ਗਲਤੀਆਂ ਕੀਤੀਆਂ। ਉਹ 50 ਦੇ 50 ਕਸਟਮਰ ਹੀ ਕਿਉਂ ਵਿਕਟਮ ਹੋਏ ਆ? ਹਾਂਜੀ। 50 ਦੇ ਵਿੱਚ ਕੰਪਨੀ ਤੁਹਾਡੀ ਕਿਉਂ ਨਹੀਂ ਆਉਂਦੀ? ਡਾਕਟਰ ਸਾਹਿਬ ਵੱਡਾ ਸਵਾਲ ਹੀ ਇਹ ਆ। ਜਦੋਂ ਗਲਤੀ ਹੁੰਦੀ ਹੈ ਨਾ, ਗਲਤੀ ਤਾਂ ਫਿਰ ਦੋਹਾਂ ਪਾਸਿਆਂ ਦੀ ਹੋਣੀ ਚਾਹੀਦੀ ਹੈ। ਹਾਂਜੀ। 25 ਕੰਪਨੀ ਦੀਆਂ ਗਲਤੀਆਂ ਹੋਣ, ਜਿੱਥੇ ਕੰਪਨੀ ਨੇ 8,000 ਲੋਕਾਂ ਨੂੰ ਦੇ ਦਿੱਤਾ ਪੈਸਾ। ਹਾਂਜੀ। ਤੇ 25 ਉਹਨਾਂ ਦੀਆਂ ਹੋਣ, ਫਿਰ ਤਾਂ ਅਸੀਂ ਮੰਨਦੇ ਆ ਨਾ ਵੀ ਸਿਸਟਮ ਦੇ ਵਿੱਚ ਐਰਰ ਆ ਗਈ। ਹਾਂਜੀ। ਹੁਣ ਇਹ ਪਤਾ ਨਹੀਂ ਸਿਸਟਮ ਕਿੱਦਾਂ ਬਣਾਇਆ, ਉਹ ਕਸਟਮਰ ਦੇ ਸਿਰ ਹੀ ਪੈਂਦੀ ਸਭ ਕੁਝ। ਜੀ ਬਿਲਕੁਲ ਡਾਕਟਰ ਸਾਹਿਬ, ਜੇ ਵੀ ਇਹ ਲੜਕੀ ਨਾ ਜਾਂਦੀ ਮੀਡੀਆ ਦੇ ਕੋਲ ਤਾਂ ਉਹਦਾ ਕੋਈ ਸੋਲੂਸ਼ਨ ਨਹੀਂ ਸੀ ਹੋਣਾ। ਡਾਕਟਰ ਸਾਹਿਬ ਦੇਖੋ, ਬਹੁਤ ਜ਼ਿਆਦਾ ਸਟ੍ਰੈਸ ਚੋਂ ਵੀ ਲੰਘਣਾ ਪੈਂਦਾ ਜਦੋਂ ਇਹੋ ਜਿਹੀ ਕੋਈ ਇਨਸੀਡੈਂਟ ਹੋ ਜਾਂਦੀ ਆ। ਤੁਹਾਨੂੰ ਕਿੰਨੀਆਂ ਸਾਰੀਆਂ ਫੋਨ ਕਾਲਸ ਕਰਨੇ ਪੈਂਦੇ, ਤੁਸੀਂ ਹੋਲਡ ਤੇ ਰਹਿੰਦੇ ਹੋ, ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਤੁਹਾਡਾ ਕਸੂਰ ਸਿਰਫ ਇੰਨਾ ਕਿ ਤੁਸੀਂ ਉਹਨਾਂ ਦੀ ਰੈਂਟਲ ਕੰਪਨੀ ਤੋਂ ਕਾਰ ਰੈਂਟ ਕੀਤੀ ਸੀ, ਤੁਸੀਂ ਕਿਸੇ ਨੂੰ ਬਿਜ਼ਨਸ ਦਿੱਤਾ, ਕੀ ਤੁਹਾਡਾ ਕਸੂਰ ਸਿਰਫ ਇੰਨਾ ਹੀ ਹੈਗਾ? ਬੰਦਾ ਸੋਚਣ ਲੱਗ ਜਾਂਦਾ। ਡਾਕਟਰ ਸਾਹਿਬ ਗੱਲ ਕਰਦੇ ਆ ਹੁਣ US ਦੀ। ਵੈਸੇ ਖਬਰਾਂ ਦੇ ਵਿੱਚ ਅਸੀਂ ਡਿਸਕਸ ਕਰਦੇ ਰਹਿੰਦੇ ਆ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਹਦੇ ਵਿੱਚ ਜਿਹੜੇ ਕਾਲੇ ਲੋਕ ਹੁੰਦੇ ਆ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ। ਹੁਣ ਇੱਕ ਹੋਰ ਖਬਰ ਆਈ ਹੈਗੀ ਆ, ਐਲਬਾਮਾ ਪੁਲਿਸ ਨੇ 56 ਸਾਲਾ ਬਲੈਕ ਪਾਸਟਰ ਨੂੰ ਗ੍ਰਿਫਤਾਰ ਕੀਤਾ ਸੀ। ਕਸੂਰ ਕੀ ਸੀ ਉਸ ਪਾਸਟਰ ਦਾ? ਇੰਨਾ ਹੀ ਸੀ ਕਿ ਉਹ ਆਪਣੇ ਗੁਆਂਢੀਆਂ ਦੇ
ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਗੁਆਂਢੀ ਆਊਟ ਆਫ ਟਾਊਨ ਗਏ ਸੀ ਤੇ ਉਹ ਪਾਸਟਰ ਨੂੰ ਕਹਿ ਕੇ ਗਿਆ ਸੀ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਘਰ ਤੇ ਵੀ ਨਿਗਰਾਨੀ ਰੱਖੇ ਤੇ ਉਹ ਬੂਟਿਆਂ ਨੂੰ ਵੀ ਪਾਣੀ ਦੇ ਦੇਵੇ। ਪਰ ਇੱਕ ਗੋਰੀ ਗਵਾਂਢਣ ਨੇ ਪੁਲਿਸ ਨੂੰ ਕਾਲ ਕਰਕੇ ਦੱਸ ਦਿੱਤਾ ਕਿ ਚੋਰ ਆ, ਜਦੋਂ ਕਿ ਜਿਹੜਾ ਪਾਸਟਰ ਸੀਗਾ ਮਾਈਕਲ ਜੀਨਿੰਗਸ, ਉਹਦੇ ਹੱਥ ਦੇ ਵਿੱਚ ਪਾਣੀ ਵਾਲੀ ਪਾਈਪ ਸੀ, ਪਾਣੀ ਦੇ ਰਿਹਾ ਸੀ। ਪਤਾ ਨਹੀਂ ਗੋਰੀ ਨੂੰ ਕਿਸ ਐਂਗਲ ਤੋਂ ਲੱਗਿਆ ਵੀ ਉਹ ਚੋਰ ਆ ਤੇ ਪੁਲਿਸ ਨੇ ਆ ਕੇ ਪਾਸਟਰ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤੇ ਇਹਦੇ ਨਾਲ ਉਹ ਕਾਫੀ ਜ਼ਿਆਦਾ ਟਰਾਮਾ 'ਚ ਚਲਾ ਗਿਆ ਪਾਸਟਰ। ਉਹਦੇ ਤੋਂ ਜਦੋਂ ਪੁੱਛਣ ਲੱਗ ਗਏ, ਸਿੱਧੀ ਇੰਟੈਰੋਗੇਸ਼ਨ ਸ਼ੁਰੂ ਕਰ ਦਿੱਤੀ। ਮਤਲਬ ਹੁਣ ਉਹ ਕਹਿੰਦੇ ਆ ਵੀ ਜਿਹੜੀ ਇਹ ਘਟਨਾ ਹੈਗੀ ਹੈ ਇਸ ਕਰਕੇ ਆ ਪਾਸਟਰ ਵੱਲੋਂ ਕਿਹਾ ਗਿਆ ਕਿ ਇਹ ਵਿਤਕਰਾ ਹੋਇਆ ਉਹਦੇ ਨਾਲ ਕਿਉਂਕਿ ਉਹ ਬਲੈਕ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਨਵੀਂ ਗੱਲ ਨਹੀਂ। ਅਮਰੀਕਾ ਦੇ ਵਿੱਚ ਕਾਲੇ ਲੋਕਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਣਾ, ਪੁਲਿਸ ਵਾਲੇ ਆਉਣੇ, ਨੇਬਰਸ ਉਹਨਾਂ ਦੀ ਕੰਪਲੇਂਟ ਕਰ ਦਿੰਦੇ ਨੇ। ਅੱਗੇ ਪਹਿਲਾਂ ਇੱਕ ਅਸੀਂ ਖਬਰ ਗੱਲ ਵੀ ਕੀਤੀ ਸੀ, ਹਾਰਵਰਡ ਦਾ ਪ੍ਰੋਫੈਸਰ ਸੀ ਇੱਕ, ਉਹਨੇ ਕਿਤੇ ਆਪਣੀਆਂ ਘਰ ਦੀਆਂ ਚਾਬੀਆਂ ਚੇਤੇ ਭੁੱਲ ਗਿਆ ਹੋਣਾ, ਅੰਦਰ ਰਹਿ ਗਈਆਂ ਹੋਣੀਆਂ। ਉਹ ਕਿਤੇ ਬਾਹਰ ਗਿਆ ਕੋਈ ਸੈਮੀਨਾਰ ਅਟੈਂਡ ਕਰਨ, ਤਾਂ ਵਾਪਸ ਆਇਆ ਤਾਂ ਦੇਖਿਆ ਚਾਬੀਆਂ ਹੈ ਨਹੀਂ। ਫਿਰ ਉਹਨੂੰ ਯਾਦ ਆਇਆ ਕਿ ਮੇਰੀ ਸਾਈਡ ਦੀ ਇੱਕ ਵਿੰਡੋ ਜਿਹੜੀ ਹੈ ਉਹਦੇ ਤੇ ਲੋਕ ਨਹੀਂ ਲਾਉਂਦਾ। ਹਾਂਜੀ, ਉਧਰ ਦੀ ਜਾ ਕੇ ਉਹਨੇ ਵਿੰਡੋ ਖੋਲ ਲਈ ਤਾਂ ਉਹਦੀ ਅੰਦਰ ਵੜਨ ਲੱਗਾ। ਉਹਦੇ ਕਿਸੇ ਗੁਆਂਢੀ ਨੇ ਫੋਨ ਕਰਤਾ ਪੁਲਿਸ ਨੂੰ ਕਿ ਇੱਕ ਤਾਂ ਸਿੱਧਾ ਇੱਕ ਕਾਲਾ ਦੇਖ ਕੇ ਵੀ ਆਪਣੇ ਅੰਦਰ ਘੁਸ ਰਿਹਾ ਬੰਦਾ ਕਿਸੇ ਦੇ, ਤਾਂ ਇਹਨੂੰ ਆ ਕੇ ਫੜੋ। ਪੁਲਿਸ ਵਾਲੇ ਆਏ, ਉਹਨਾਂ ਨੇ ਅਰੈਸਟ ਕਰ ਲਿਆ। ਆਈਡੀ ਵੀ ਕੁਛ ਨਹੀਂ ਦੇਖਿਆ ਉਹਦਾ। ਉਹਨੇ ਜਾ ਕੇ ਜਦੋਂ ਪੁਲਿਸ ਸਟੇਸ਼ਨ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਜੋ ਵੀ ਬੇਲ ਕਰਾ ਕੇ ਆਇਆ, ਫਿਰ ਉਹਨੇ ਮੀਡੀਆ ਵਾਲਿਆਂ ਨੂੰ ਸੱਦਿਆ ਵੀ ਇਹ ਬੰਦਿਆਂ ਨੇ ਮੇਰੀ ਆਈਡੀ ਤੱਕ ਨਹੀਂ ਦੇਖੀ, ਮੈਂ ਇਹਨਾਂ ਨੂੰ ਹਾਰਵਰਡ ਦੀ ਆਈਡੀ ਦਿਖਾਈ ਆਪਣੀ। ਤੇ ਫਿਰ ਉਹ ਉਹੀ ਸੌਰੀ ਗੱਲ ਕਹਿਣ, ਬੋਸਟਨ ਪੁਲਿਸ ਇਹੀ ਕਹਿੰਦੀ ਸੀ ਵੀ ਸੌਰੀ ਆ ਅਸੀਂ। ਸੌਰੀ ਤੁਸੀਂ ਕਾਹਦੇ ਆ? ਇਹ ਪਾਸਟਰ ਜਿਹਦਾ ਪ੍ਰੀਸਟ ਆ, ਸਾਡੇ ਪੰਡਤ ਜੀ ਸਮਝ ਲਓ ਕਿ ਚਰਚ ਦੇ ਪੰਡਤ ਜੀ ਸੀ। ਹੁਣ ਇੱਕ ਪ੍ਰੀਸਟ ਆਪਣੇ ਚੰਗਾ ਸੁਭਾਅ ਹੋਣਾ ਜਿਹੜਾ ਆਪਣੇ ਗੁਆਂਢੀ ਦੇ ਫੁੱਲਾਂ ਨੂੰ ਪਾਣੀ ਦੇ ਰਿਹਾ। ਹਾਂਜੀ, ਉਹ ਕਿਤੇ ਪਾਸਟਰ ਆਪਣੇ ਚਰਚ ਤੋਂ ਆਇਆ ਔਰ ਉਹਦੇ ਗੁਆਂਢੀ ਜਿਹੜੇ ਸੀ ਉਹ ਕਿਤੇ ਹੋਰ ਗਏ ਸੀ। ਉਹਨਾਂ ਨੇ ਆ ਕੇ ਉਹਨਾਂ ਦੇ ਫੁੱਲਾਂ ਨੂੰ ਪਾਣੀ ਦੇ ਰਹੇ ਸੀ ਜੀ। ਹੁਣ ਦੇਖੋ, ਇਹ ਇੰਨਾ ਤਾਂ ਫਰਕ ਹੋਣਾ ਚਾਹੀਦਾ ਵੀ ਜੇ ਕੋਈ ਦੇਖਦਾ ਵੀ ਆ ਉਹਨੂੰ ਕਿ ਕੋਈ ਚੋਰ ਆ ਕੇ ਕਿਸੇ ਦੇ ਪਾਣੀ ਤਾਂ ਦਿੰਦਾ ਨਹੀਂ। ਹਾਂਜੀ, ਚੋਰ ਨੇ ਇਹ ਕੰਮ ਤਾਂ ਨਹੀਂ ਕਰਨਾ ਵੀ ਇਹਨੂੰ ਪਾਣੀ ਚੱਲ ਜਾ, ਚੋਰੀ ਤਾਂ ਕਰ ਲਈ, ਹੁਣ ਚਲੋ ਜਾਂਦੇ ਹੋਏ ਪਾਣੀ ਵੀ ਦੇ ਚਲੀਏ। ਹਾਂਜੀ, ਇਹ ਗੱਲ ਤਾਂ ਮਨ 'ਚ ਹੋਣੀ ਚਾਹੀਦੀ ਹੈ, ਇੰਨਾ ਤਾਂ ਦਿਮਾਗ ਹੋਣਾ ਚਾਹੀਦਾ ਹੀ ਹੈ। ਦੇਖੋ ਡਾਕਟਰ ਸਾਹਿਬ, ਜਿਹੜੀ ਗੋਰੀ ਗਵਾਂਢਣ ਨੇ ਪੁਲਿਸ ਨੂੰ ਬੁਲਾਇਆ ਸੀ, ਉਹਨੂੰ ਪਾਣੀ ਦਿੰਦਾ ਦੇਖ ਕੇ ਪੁਲਿਸ ਨੇ ਉਹਦੀ ਗੱਲ ਤੇ ਯਕੀਨ ਕੀਤਾ ਤੇ ਜਦੋਂ ਪਾਸਟਰ ਕਹਿ ਰਿਹਾ ਸੀਗਾ ਕਿ ਉਹ ਪਾਸਟਰ ਹੈਗਾ, ਗੁਆਂਢੀ ਹੈਗਾ, ਉਹਦੀ ਗੱਲ ਤੇ ਯਕੀਨ ਨਹੀਂ ਸੀ ਕਰ ਰਹੇ। ਇਹਨਾਂ ਨੇ ਉਹਦੇ ਤੇ ਚਾਰਜ ਵੀ ਲਗਾ ਦਿੱਤਾ ਸੀਗਾ ਕਿ ਉਹ ਗਵਰਨਮੈਂਟ ਆਪਰੇਸ਼ਨ ਦੇ ਵਿੱਚ ਉਹਨੇ ਵਿਘਨ ਪਾਇਆ, ਜਿਹਨੂੰ ਬਾਅਦ ਦੇ ਵਿੱਚ ਡ੍ਰੌਪ ਕਰਤਾ। ਹੁਣ ਇਹੀ ਇੱਥੇ ਵੱਡਾ ਸਵਾਲ ਆ ਕਿ ਇੱਕ ਕਾਲਾ ਪਾਸਟਰ ਚੀਖ ਕੇ ਕਹਿ ਰਿਹਾ ਕਿ ਮੈਂ ਚੋਰ ਨਹੀਂ ਹੈਗਾ, ਮੈਂ ਸਿਰਫ ਆਪਣੇ ਗੁਆਂਢੀ ਦੇ ਬੂਟਿਆਂ ਨੂੰ ਪਾਣੀ ਦੇ ਰਿਹਾ, ਤੇ ਇੱਕ ਗੋਰੀ ਆ ਉਹਨੂੰ ਸਿਰਫ ਗਲਤਫਹਿਮੀ ਲੱਗੀ ਆ। ਗਲਤਫਹਿਮੀ ਦੇ ਚੱਲਦੇ ਹੀ ਉਹਨਾਂ ਨੇ ਪਾਸਟਰ ਤੋਂ ਪੁੱਛਗਿੱਛ ਸ਼ੁਰੂ ਕੀਤੀ ਤੇ ਜਦੋਂ ਫਿਰ ਉਹ ਸਾਹਮਣੇ ਆ ਜਾਂਦੀ ਆ ਵੀਡੀਓ ਦੇ ਵਿੱਚ ਮੈਂ ਦੇਖਿਆ ਤੇ ਉਹ ਆ ਕੇ ਕਹਿੰਦੀ ਨਹੀਂ, ਮੈਨੂੰ ਮਿਸ ਅੰਡਰਸਟੈਂਡਿੰਗ ਹੋ ਗਈ ਹੋਣੀ ਆ। ਉਸ ਤੋਂ ਬਾਅਦ ਉਹ ਤੇ ਇੰਨਾ ਕਹਿ ਕੇ ਚਲੇ ਜਾਂਦੀ ਆ, ਉਹਦੇ ਤੇ ਤਾਂ ਕੋਈ ਸਵਾਲ ਜਵਾਬ ਨਹੀਂ ਉੱਠਦਾ ਹੈਗਾ। ਦੇਖੋ, ਉਹ ਬੰਦੇ ਤੇ ਜਦੋਂ ਤੁਸੀਂ ਲੈਟਸ ਸੇ ਤੁਹਾਨੂੰ ਗੁਆਂਢੀਆਂ ਨੇ ਕਿਹਾ ਮੇਰਾ ਘਾਹ ਕੱਟ ਦੇਈਂ ਜਾਂ ਮੇਰੇ ਪਾਣੀ ਦੇ ਦੇਈਂ, ਮੇਰੀ ਕਈ ਵਾਰੀ ਗੁਆਂਢੀ ਤੁਹਾਡੇ ਦੱਸ ਜਾਂਦੇ ਆ, ਸਾਡੇ ਆਲੇ ਦੁਆਲੇ ਕਹਿੰਦੇ ਮੇਰੀ ਮੇਲ ਚੱਕ ਦੇਈਂ। ਹਾਂਜੀ, ਹੁਣ ਉਹਨਾਂ ਦੀ ਕਈ ਵਾਰੀ ਮੇਲ ਵੀ ਚੱਕ ਲਈਦੀ ਹੈ ਕਿਉਂਕਿ ਕਈ ਚੀਜ਼ਾਂ ਪਈਆਂ ਹੁੰਦੀਆਂ, ਚੋਰਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਘਰ ਨਹੀਂ ਆ, ਜਿਹਦਾ ਮੇਲ ਬਾਕਸ ਭਰਿਆ ਪਿਆ। ਹਾਂਜੀ, ਤਾਂ ਉਹ ਇਸ ਕਰਕੇ ਕਹਿ ਕੇ ਜਾਂਦੇ ਵੀ ਉਹ ਖਾਲੀ ਕਰ ਦੇਈਂ ਤਾਂ ਕਿ ਚੋਰਾਂ ਨੂੰ ਨਾ ਪਤਾ ਲੱਗੇ, ਨਾ ਸਾਹਮਣੇ ਬਿਲਕੁਲ ਆ ਜਾਣ। ਹੁਣ ਇਹ ਬੰਦਾ ਉੱਥੇ ਪਾਣੀ ਦੇ ਰਿਹਾ, ਹੁਣ ਪਾਣੀ ਦੇਣ ਵਾਲਾ ਬੰਦਾ ਆਪਣਾ ਬਟੂਆ ਲੈ ਕੇ ਤਾਂ ਜਾਂਦਾ ਨਹੀਂ ਬਾਹਰ ਨੂੰ। ਹਾਂਜੀ, ਤੁਸੀਂ ਇਹ ਥੋੜਾ ਦੇਖ ਕੇ ਜਾਂਦੇ ਆ ਵੀ ਮੈਂ ਹੁਣ ਪਾਣੀ ਦੇਣ ਚੱਲਿਆ ਗੁਆਂਢੀਆਂ ਦੇ ਫੁੱਲਾਂ ਨੂੰ ਤੇ ਮੇਰੇ ਕੋਲ ਆਈਡੀਆਂ ਪੂਰੀਆਂ ਹੈ ਕਿ ਨਹੀਂ। ਹਾਂਜੀ, ਆਈਡੀਜ਼ ਲੈ ਕੇ ਤਾਂ ਨਹੀਂ ਜਾਵਾਂਗੇ ਆਪਾਂ। ਤੁਸੀਂ ਆਈਡੀ ਲੈ ਕੇ ਨਹੀਂ ਜਾਂਦੇ ਨਾ। ਨਹੀਂ। ਹੁਣ ਉਹ ਗੋਰੀ ਨੇ ਗੁਆਂਢਣ ਨੇ ਫੋਨ ਕਰਤਾ, ਪੁਲਿਸ ਵਾਲੇ ਆਏ ਆ, ਉਹਨੇ ਬੰਦੇ ਨੇ ਦੱਸਿਆ ਵੀ ਮੈਂ ਪਾਸਟਰ ਆ, ਮੈਂ ਇੱਕ ਪ੍ਰੀਸਟ ਆ। ਉਹਦੀਆਂ ਗੱਲਾਂ ਨਹੀਂ ਸੁਣ ਰਹੇ ਉਹ। ਹਾਂਜੀ,
ਉਹ ਆਪਣੇ ਆਪ ਤੇ ਬਿਜ਼ੀ ਆ ਵੀ ਇਹ ਚੋਰ ਆ, ਚੋਰੀ ਕਰਨ ਆਇਆ ਸੀ ਗੁਆਂਢੀਆਂ ਦੇ। ਉਹਨਾਂ ਨੇ ਆਪਣਾ ਮਾਈਂਡ ਸੈੱਟ ਕਰ ਲਿਆ ਸਿਰਫ ਇਸ ਕਰਕੇ ਕਿ ਗੋਰੀ ਨੇ ਕਾਲ ਕਰਕੇ ਕਹਿਤਾ ਉਹ ਚੋਰ ਆ। ਇਹ ਦੇਖੋ ਵੀ ਉਹਨਾਂ ਨੂੰ ਆਪ ਜੇ ਸੋਚਣਾ ਹੋਵੇ ਕਿ ਪੁਲਿਸ ਵਾਲਿਆਂ ਦਾ ਇੰਨਾ ਵੀ ਦਿਮਾਗ ਹੈ ਨਹੀਂ ਕਿ ਦੇਖ ਲੈਣ ਕਿ ਬੰਦਾ ਪਾਣੀ ਦੇ ਰਿਹਾ, ਵੀ ਤੁਸੀਂ ਕਿੰਨੇ ਕੁ ਚੋਰ ਦੇਖਦੇ ਆ ਜਿਹੜੇ ਫੁੱਲਾਂ ਨੂੰ ਪਾਣੀ ਪਾਉਂਦੇ ਆ। ਹਾਂਜੀ, ਤੁਹਾਡਾ ਹਰ ਰੋਜ਼ ਬਾਹ ਪੈਂਦਾ ਆ, ਉਹਦੇ ਵਿੱਚ ਕਿੰਨੇ ਕੁ ਚੋਰਾਂ ਨੇ ਗੁਆਂਢੀਆਂ ਦੇ ਜਾ ਕੇ ਪਾਣੀ ਲਾਇਆ ਜੀ। ਇੰਨਾ ਕੁ ਤਾਂ ਉਹਨਾਂ ਦਾ IQ ਲੈਵਲ ਹੋਣਾ ਹੀ ਚਾਹੀਦਾ। ਹਾਂਜੀ ਬਿਲਕੁਲ। ਸੋ ਉਹਦੇ ਤੇ ਉਸ ਵੇਲੇ ਉਹਨੂੰ ਅਬਸਟਰਕਸ਼ਨ ਆਫ ਜਸਟਿਸ ਇਹਨੂੰ ਕਹਿੰਦੇ ਆ ਕਿ ਪੁਲਿਸ ਵਾਲਿਆਂ ਦੇ ਨਾਲ ਉਹ ਜੀ ਬਹਿਸਬਾਜ਼ੀ ਕਰ ਰਿਹਾ ਸੀ, ਉਹਨਾਂ ਨੂੰ ID ਨਹੀਂ ਦਿਖਾ ਰਿਹਾ ਸੀ। ID ਉਹਦੇ ਕੋਲ ਹੈ ਹੀ ਨਹੀਂ ਸੀ, ਦਿਖਾਲੇ ਕੀ ਉਹ। ਹਾਂਜੀ। ਫਿਰ ਉਹਦੀ ਵਾਈਫ ਜਿਹੜੀ ਅੰਦਰ ਬੈਠੀ ਸੀ ਘਰ ਵਾਲੀ, ਉਹ ਨੱਠੀ ਆਈ, ਉਹਨੇ ਪਟੂਆ ਉਹਦਾ ਲਿਆ ਕੇ ਤਾਂ ID ਦਿਖਾ ਲਈ ਉਹਨਾਂ ਨੂੰ। ਹਾਂਜੀ। ਪਰ ਉਹ ਤੇ ਵੀ ਯਕੀਨ ਨਹੀਂ ਉਹਨਾਂ ਨੇ ਕੀਤਾ, ਨਾ ਉਹਨਾਂ ਨੇ ID ਦੇਖੀ। ਅਬਸਟਰਕਸ਼ਨ ਆਫ ਜਸਟਿਸ ਦਾ ਫਿਰ ਉਹ ਤੇ ਚਾਰਜ ਲਾਤਾ। ਹਾਂਜੀ। ਹੁਣ ਇਹ ਗੱਲ ਮਈ ਦੀ ਹੈ ਐਕਚੁਅਲੀ ਜੀ। ਮਈ ਦੇ ਵਿੱਚ ਇਹ ਸਾਰੀ ਘਟਨਾ ਹੋਈ ਹੈ ਤੇ ਉਹਦੇ ਤੇ ਅਜੇ ਤਾਈਂ ਉਹਨਾਂ ਨੇ ਉਹ ਚਾਰਜ ਡ੍ਰੌਪ ਨਹੀਂ ਕੀਤਾ। ਪਹਿਲਾਂ ਫੇਰ ਡ੍ਰੌਪ ਕੀਤਾ ਜਦੋਂ ਉਹਨੇ ਧਮਕੀ ਦਿੱਤੀ ਕਿ ਮੈਂ ਕੋਰਟ ਦੇ ਵਿੱਚ ਆਊਂਗਾ। ਪ੍ਰੈਸ਼ਰ ਜਦੋਂ ਬਿਲਡ ਕੀਤਾ, ਜਦੋਂ ਪ੍ਰੈਸ਼ਰ ਬਿਲਡ ਕੀਤਾ ਤੇ ਮੀਡੀਆ ਨੇ ਉਹਨਾਂ ਚਿਰ ਗੱਲ ਨਹੀਂ ਚੱਕੀ ਜਿੰਨਾ ਚਿਰ ਉਹਨੇ ਫੇਰ ਪ੍ਰੈਸ ਕਾਨਫਰੰਸ ਕਰਕੇ ਇਹ ਨਹੀਂ ਕਿਹਾ ਕਿ ਮੈਂ ਹੁਣ ਇਹਨਾਂ ਨੂੰ ਸੂ ਕਰਨ ਲੱਗਾ ਅੱਜ। ਹਾਂਜੀ, ਪ੍ਰੈਸ ਕਾਨਫਰੰਸ ਜਦੋਂ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਆ। 2-2.5 ਮਹੀਨੇ ਹੋ ਗਏ ਆ ਤੇ ਮੀਡੀਆ ਵੀ ਉਹਨਾਂ ਇਹ ਵਿਤਕਰੇ ਦੇ ਵਿੱਚ ਦਿਲਚਸਪੀ ਨਹੀਂ ਉਹਨਾਂ ਦੀ ਇਸ ਗੱਲ 'ਚ ਦਿਲਚਸਪੀ ਹੈ ਕਿ ਇਹ ਬੰਦਾ ਹੁਣ ਪੁਲਿਸ ਨੂੰ ਕੋਰਟ ਦੇ ਵਿੱਚ ਲੈ ਕੇ ਚੱਲਿਆ। ਹਾਂਜੀ। ਤੇ ਹੁਣ ਸਾਹਮਣੇ ਆ ਰਹੀ ਹੈ ਲੋਕਾਂ ਦੇ ਵਿੱਚ ਕਿ ਜੇ ਉਹ ਵਾਕਿਆ ਹੀ ਕੋਈ ਨਾਰਮਲ ਜਿਹਾ ਬੰਦਾ ਹੁੰਦਾ, ਪਾਸਟਰ ਦੀ ਫਿਰ ਵੀ ਅਥਾਰਟੀ ਹੈ ਨਾ। ਹਾਂਜੀ। ਅਸੀਂ ਟ੍ਰੈਡੀਸ਼ਨਲ ਸੁਸਾਇਟੀ ਦੇ ਵਿੱਚ ਸਮਝਦੇ ਹਾਂ ਕਿ ਪੰਡਤ, ਗਿਆਨੀ, ਮੁੱਲਾ ਇਹਨਾਂ ਦੀ ਕੋਈ ਇੱਜ਼ਤ ਮਾਣ ਹੁੰਦੀ ਹੈ। ਹਾਂਜੀ। ਤੇ ਉਹਨਾਂ ਨੂੰ ਸਤਿਕਾਰ ਮਿਲਦਾ ਆ। ਫਿਰ ਪੁਲਿਸ ਵਾਲਿਆਂ ਨੂੰ ਇਹ ਦੇਖਣਾ ਚਾਹੀਦਾ ਬੰਦਾ ਕਹਿ ਰਿਹਾ ਮੈਂ ਪਾਸਟਰ ਹਾਂ ਔਰ ਸਾਹਮਣੇ ਉਹਨਾਂ ਦੇ ਖੜਾ ਪਾਣੀ ਦੇ ਰਿਹਾ ਉਹ। ਹਾਂਜੀ। ਫੁੱਲਾਂ ਨੂੰ ਕਿੰਨੇ ਕੁ ਚੋਰ ਆ। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਹੈ ਕਿ ਪੁਲਿਸ ਵਾਲਿਆਂ ਨੂੰ ਪੁੱਛਿਆ ਜਾਵੇ, ਉਹਨਾਂ ਦਾ IQ ਟੈਸਟ ਲਾਓ ਉਹਨਾਂ ਦਾ ਵੀ ਭਾਈ ਤੁਸੀਂ ਕਿੰਨੇ ਕੁ ਚੋਰ ਦੇਖੇ ਆ ਵੀ ਲੋਕਾਂ ਦੇ ਪਾਣੀ ਲਾਉਂਦੇ ਜੀ। ਕਿੰਨੇ ਕੁ ਲੋਕਾਂ ਦੇ ਗੁਆਂਢੀ ਦੇਖੇ ਆ ਜਾ ਕੇ ਜਿਹੜੇ ਪ੍ਰੀਸਟ ਹੋਣ, ਚੋਰੀਆਂ ਵੀ ਕਰਦੇ ਆ ਤਾਂ ਬਾਅਦ ਦੇ ਵਿੱਚ ਪਾਣੀ ਵੀ ਲਾ ਕੇ ਆਉਂਦੇ ਆ। ਹਾਂਜੀ। ਸੋ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਮਿਲਦੀਆਂ ਨਹੀਂ, ਪਰ ਉਹਦੀ ਇੱਕ ਡਿਸੀਜਨ ਜਿਹੜਾ ਫੈਸਲਾ ਕੀਤਾ ਉਹ ਕਹਿੰਦਾ ਵੀ ਠੀਕ ਹੈ ਹੁਣ ਮੈਂ ਜਿੰਨਾ ਚਿਰ ਕੋਰਟ ਦੇ ਵਿੱਚ ਨਹੀਂ ਜਾਂਦਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਣੀ। ਹਾਂਜੀ, ਉਹਨੇ ਕਿਹਾ, ਉਹ ਕਹਿੰਦਾ ਕਿ ਵੀ ਮੈਂ ਬਹੁਤ ਜ਼ਿਆਦਾ ਟਰਾਮੇ 'ਚ ਚਲੇ ਗਿਆ। ਜਿਸ ਤਰੀਕੇ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਕਾਲੇ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ, ਸਾਰਾ ਕੁਝ ਮੇਰੇ ਦਿਮਾਗ ਦੇ ਵਿੱਚ ਉਦਾਂ ਹੀ ਤਾਜ਼ਾ ਹੋ ਗਿਆ। ਅੱਛਾ, ਇਹ ਵੀ ਗੱਲ ਚੰਗੀ ਆ ਅੱਜ ਕੱਲ ਕਿ ਜਿਹੜੀ ਬੋਡੀ ਕੈਮਰਾ ਲਾਈ ਸੀ ਐਲਬਾਮਾ ਦੇ ਜਿਹੜੀ ਪੁਲਿਸ ਵਾਲਿਆਂ ਨੇ, ਹਾਂਜੀ, ਉਹਨਾਂ ਦੇ ਵਿੱਚੋਂ ਵੀਡੀਓ ਆ ਗਈ। ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਡਾਕਟਰ ਸਾਹਿਬ ਸਾਰੀ ਜਿਹੜੀ ਇਨਸੀਡੈਂਟ ਆ ਉਹ ਕਲੀਅਰ ਹੋਈ ਆ। ਜੇ ਤੁਸੀਂ ਇਹ ਦੇਖੋਗੇ ਜਦੋਂ ਇਹ ਵੀਡੀਓ ਨਹੀਂ ਹੁੰਦੀਆਂ ਸੀ, ਕੋਈ ਫੋਟੋਗ੍ਰਾਫੀ ਨਹੀਂ ਕਰਦਾ ਹੁੰਦਾ ਤਾਂ ਉਦੋਂ ਕੀ ਕਰਦੇ ਹੋਣਗੇ ਜੀ। ਉਦੋਂ ਤਾਂ ਸ਼ਰੇਆਮ ਕੁੱਟ ਕੇ ਆਉਂਦੇ ਹੋਣੇ ਜਿੱਦਾਂ ਪੰਜਾਬ ਪੁਲਿਸ ਜਾਂਦੀ ਹੈ। ਹਾਂਜੀ ਹਾਂਜੀ। ਅੱਗੇ ਮੈਨੂੰ ਯਾਦ ਹੈ ਵੀ ਪੰਜਾਬ ਪੁਲਿਸ ਜਦੋਂ ਪਿੰਡ 'ਚ ਆ ਜਾਂਦੀ ਸੀ ਨਾ, ਕਿਸੇ ਬੰਦੇ ਨੇ ਕੋਈ ਕੰਮ ਕੀਤਾ ਹੋਵੇ ਚਾਹੇ ਨਾ ਕੀਤਾ, ਜਦੋਂ ਕਿਸੇ ਤਕੜੇ ਨੇ ਕਹਿਤਾ ਵੀ ਇਹਨੇ ਚੋਰੀ ਕੀਤੀ ਹੈ ਨਾ, ਉਹਨੂੰ ਸਾਰੇ ਸਾਹਮਣੇ ਪਿੰਡ 'ਚ ਕੁੱਟ ਕੇ ਆਉਂਦੇ ਹੁੰਦੇ ਸੀ। ਹੁਣ ਨਹੀਂ ਕੁੱਟਦੇ ਕਿਉਂਕਿ ਹੁਣ ਉਹਨਾਂ ਨੂੰ ਪਤਾ ਹੁੰਦਾ ਵੀ ਕਿਸੇ ਨੇ ਵੀਡੀਓ ਬਣਾ ਲੈਣੀ ਹੈ। ਹਾਂਜੀ। ਚਲੋ ਵੀਡੀਓ ਦਾ ਕਮ ਸੇ ਕਮ ਥੋੜਾ ਜਿਹਾ ਤਾਂ ਫਾਇਦਾ ਹੋਇਆ ਨਾ। ਹਾਂਜੀ। ਲੋਕੀ ਬਚਦੇ ਆ। ਨਹੀਂ ਹੁਣ ਮੇਰਾ ਖਿਆਲ ਸ਼ਾਇਦ ਉਹਨੂੰ ਚੱਕ ਕੇ ਲਿਜਾ ਕੇ ਪੁਲਿਸ ਥਾਣੇ ਦੇ ਵਿੱਚ ਕੁੱਟਦੇ ਹੋਣੇ ਆ, ਜੁਦੀ ਗੱਲ ਹੈ। ਪਰ ਅੱਗੇ ਤਾਂ ਇਹ ਮਾਣ ਸਮਝਦੇ ਸੀ ਕਿ ਪਿੰਡ ਦੇ ਵਿੱਚ ਸਾਹਮਣੇ ਸਾਰਿਆਂ ਦੇ ਢਾ ਲਿਆ ਫਿਰ ਉਹਨੂੰ ਕੁੱਟਣਾ ਜੀ, ਲੋਕਾਂ ਨੂੰ ਸਬਕ ਸਿਖਾਉਣ ਲਈ। ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਕਿ ਇਹ ਜਿਵੇਂ ਤਕੜੇ ਦੀ ਗੱਲ ਸੁਣੀ ਜਾਂਦੀ ਆ ਤੇ ਇੱਥੇ ਵੀ ਤੁਸੀਂ ਇਹ ਦੇਖ ਲਓ ਕਿ ਉਸ ਗੋਰੀ ਦੀ ਗੱਲ ਸੁਣੀ ਗਈ। ਉਸ ਨਾਲ ਇਸ ਕਰਕੇ ਪ੍ਰੀਸਟ ਦੇ ਨਾਲ ਇਸ ਕਰਕੇ ਵਿਵਹਾਰ ਹੋਇਆ ਕਿਉਂਕਿ ਉਹ ਬਲੈਕ ਸੀ। ਡਾਕਟਰ ਸਾਹਿਬ ਰੁੱਖ ਕਰਦੇ ਆ ਜੀ ਹੁਣ ਅਗਲੀ ਖਬਰ ਵੱਲ। ਨਾਈਜੀਰੀਆ ਨੇ ਡਾਕਟਰ ਸਾਹਿਬ ਇੱਕ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਉਹ ਐਡਸ ਦੇ ਵਿੱਚ ਹੁਣ ਵਾਈਟ ਮਾਡਲਸ ਨੂੰ ਨਹੀਂ ਲੈਣਗੇ। ਉਹਨਾਂ ਨੇ ਪਾਬੰਦੀ ਲਗਾ ਦਿੱਤੀ ਆ। ਉਹਨਾਂ ਦਾ ਕਹਿਣਾ ਹੈਗਾ ਕਿ ਉਹ ਲੋਕਲ ਟੈਲੈਂਟ ਨੂੰ ਵਿਕਸਿਤ ਕਰਨਾ ਚਾਹੁੰਦੇ ਆ।
ਇਨਕਲੂਸਿਵ ਇਕਨੋਮਿਕ ਗਰੋਥ ਜਾਣੀ ਕਿ ਸਮੂਹਿਕ ਆਰਥਿਕ ਵਿਕਾਸ ਦਾ ਉਹ ਸਮਰਥਨ ਕਰਦੇ ਆ ਤੇ ਉਹਨਾਂ ਨੇ ਇਹ ਵੀ ਅਨਾਉਂਸ ਕੀਤਾ ਨਾਈਜੀਰੀਆ ਦੀ ਗਵਰਨਮੈਂਟ ਨੇ ਕਿ ਜਿਹੜੀ ਇਹ ਤਬਦੀਲੀ ਹੈਗੀ ਆ ਇਹ 1 ਅਕਤੂਬਰ ਤੋਂ ਜਿਹੜੀ ਆ ਲਾਗੂ ਹੋ ਜਾਣੀ ਆ। ਉਸ ਤੋਂ ਬਾਅਦ ਨਾਈਜੀਰੀਆ ਦੀਆਂ ਜਿਹੜੀਆਂ ਐਡਸ ਹੋਣਗੀਆਂ ਉਹਨਾਂ ਦੇ ਵਿੱਚ ਤੁਸੀਂ ਲੋਕਲ ਮਾਡਲਸ ਨੂੰ ਹੀ ਦੇਖੋਗੇ, ਜਿਹੜੇ ਵੌਇਸ ਓਵਰ ਹੋਣਗੇ ਉਹ ਵੀ ਉਹਨਾਂ ਦੇ ਲੋਕਲ ਆਰਟਿਸਟ ਵੱਲੋਂ ਹੀ ਕੀਤੇ ਜਾਣਗੇ। ਨਾਈਜੀਰੀਆ ਦੀ ਐਡਵਰਟਾਈਜ਼ਿੰਗ ਰੈਗੂਲੇਟਰ ਕਾਉਂਸਲ ਨੇ ਵੀ ਕਿਹਾ ਕਿ ਜਿਹੜੀਆਂ ਸਾਰੀਆਂ ਐਡਵਰਟਾਈਜ਼ਮੈਂਟ ਹੋਣ, ਚਾਹੇ ਐਡਵਰਟਾਈਜ਼ਿੰਗ ਮਟੀਰੀਅਲ ਆ, ਚਾਹੇ ਮਾਰਕੀਟਿੰਗ ਕਮਿਊਨੀਕੇਸ਼ਨ ਹੈਗੀ ਆ, ਉਹਨਾਂ ਦੇ ਆਪਣੇ ਲੋਕਲ ਟੈਲੈਂਟ ਨੂੰ ਹੀ ਪ੍ਰਮੋਟ ਕਰਨਾ ਇਹ ਉਹਨਾਂ ਦਾ ਮਕਸਦ ਆ। ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਹੁਣ ਕਾਲੇ ਤੇ ਗੋਰੇ ਦਾ ਸਮਾਨ ਜਿਹੜਾ ਹੈ ਯੂਰਪੀਅਨ ਡੋਮੀਨੇਸ਼ਨ ਦੇ ਨਾਲ ਜੁੜਿਆ ਹੈ ਨਾ। ਹਾਂਜੀ, ਇਹਨਾਂ ਦੇ ਕੋਲ ਕਲੋਨੀਅਲ ਅੰਪਾਇਰ ਹੁੰਦਾ ਸੀ, ਅਸੀਂ ਕਲੋਨਾਈਜ਼ਡ ਬੰਦੇ ਸੀ ਤੇ ਉਹ ਯੂਰਪੀਅਨ ਜਿਹੜੀ ਆ ਗੋਰਾ ਰੰਗ ਉਹਨੂੰ ਜ਼ਿਆਦਾ ਵਧੀਆ ਸਮਝਿਆ ਜਾਂਦਾ। ਹਾਂਜੀ, ਨਾਈਜੀਰੀਆ ਦੇ ਵਿੱਚ ਜਿੰਨੀਆਂ ਕੰਪਨੀਆਂ ਜ਼ਿਆਦਾ ਕਰਦੀਆਂ ਸੀ ਐਡਸ ਨਾ, ਤਾਂ ਉਹ ਆਪਣੀਆਂ ਮਾਡਲਸ ਯੂਰਪ ਤੋਂ ਲੈਂਦੀਆਂ ਸੀ। ਹਾਂਜੀ, ਹੁਣ ਤੁਸੀਂ ਦੇਖੋ ਕਿ ਉਹਨਾਂ ਦੀ ਲੋਕਲ ਟੈਲੈਂਟ ਵੀ ਹੈ, ਉਹਨਾਂ ਦੇ ਨੈਣ ਨਕਸ਼ ਕੁੜੀਆਂ ਦੇ ਬੜੇ ਸੋਹਣੇ ਆ, ਮੁੰਡਿਆਂ ਦੇ ਬੜੇ ਸੋਹਣੇ ਆ, ਪਰ ਉਹਨਾਂ ਦਾ ਰੰਗ ਕਾਲਾ ਕਰਕੇ ਉਹਨਾਂ ਨੂੰ ਕੋਈ ਨਹੀਂ ਲੈਂਦਾ। ਤੁਸੀਂ ਇੰਡੀਆ ਦੇ ਵਿੱਚ ਦੇਖਦੇ ਆ ਕਿ ਆਪਣੇ ਵੀ ਵੱਧ ਤੋਂ ਵੱਧ ਪਹਿਲਾਂ ਗੋਰੇ ਰੰਗ ਵਾਲੇ ਕੋਈ ਮਾਡਲ ਜਿਹੜਾ ਹੋਵੇ ਉਹਨੂੰ ਤਰਜੀਹ ਦਿੰਦੇ। ਹਾਂਜੀ, ਚਲੋ ਸਾਡੇ ਤਾਂ ਜਿਹੜਾ ਡੋਮੈਸਟਿਕ ਜਿਹੜੇ ਉਹਨਾਂ ਦੇ ਵਿੱਚੋਂ ਦੇਖਦੇ ਆ, ਤੁਸੀਂ ਖਾਸ ਤੌਰ ਤੇ ਤਾਮਿਲਨਾਡੂ 'ਚ ਦੇਖੋ ਨਾ, ਉਹਨਾਂ ਦਾ ਰੰਗ ਦੇਖੋ ਤਾਂ ਉਹਨਾਂ ਦੀਆਂ ਜਿਹੜੀਆਂ ਐਕਟਰਸ ਆ ਉਹਨਾਂ ਦਾ ਰੰਗ ਦੇਖੋ। ਹਾਂਜੀ, ਸੋ ਜਿਹੜੀ ਗੋਰੀ ਕੁੜੀ ਲੱਭ ਪੈਂਦੀ ਆ ਉਹਨੂੰ ਮਤਲਬ ਐਕਟਿੰਗ ਕਰਨੀ ਸੌਖੀ ਆ। ਤਾਂ ਹੀਮਾ ਮਾਲਿਨੀ ਵਰਗੀਆਂ ਉੱਥੇ ਹੋਰ ਵੀ ਹੋਣੀਆਂ। ਤੇ ਵੈਸੇ ਤੁਸੀਂ ਜਾ ਕੇ ਦੇਖੋ, ਕਿਉਂਕਿ ਉੱਥੇ ਉਹ ਇਕੁਏਟਰ ਦੇ ਲਾਗੇ ਆ, ਤਾਂ ਉਹਨਾਂ ਦਾ ਇਹ ਨੈਚੁਰਲ ਆ ਵੀ ਜਿੱਥੇ ਸੂਰਜ ਜ਼ਿਆਦਾ ਪੈਂਦਾ ਆ ਉੱਥੇ ਓਵਰ ਦਾ ਟਾਈਮ ਸਾਡਾ ਰੰਗ ਜਿਹੜਾ ਆ ਉਹ ਕਾਲਾ ਹੋ ਜਾਂਦਾ, ਭੂਰਾ ਹੋ ਜਾਂਦਾ ਜਾਂ ਜ਼ਿਆਦਾ ਭੂਰਾ ਹੋ ਜਾਂਦਾ। ਤੁਸੀਂ ਸਾਊਥ ਅਫਰੀਕਾ, ਦੱਖਣੀ ਅਫਰੀਕਾ ਦੇ ਜਿਹੜੇ ਗੋਰੇ ਆ, ਜਿਹੜੇ ਡੱਚ ਤੇ ਇੰਗਲਿਸ਼ ਉੱਥੇ ਗਏ ਆ 16ਵੀਂ 17ਵੀਂ ਸਦੀ ਦੇ, ਉਹਨਾਂ ਨੂੰ ਯੂਰਪ ਦੇ ਵਿੱਚ ਲਿਆ ਕੇ ਦੇਖੋ ਨਾ, ਉਹ ਹੁਣ ਦੇਖੋ ਹਾਲੇ 3 ਜਾਂ 4 ਸਦੀਆਂ ਹੀ ਹੋਈਆਂ ਇਹਨਾਂ ਨੂੰ, ਉਹਨਾਂ ਦਾ ਰੰਗ ਜਿਹੜਾ ਤੁਹਾਨੂੰ ਤੁਸੀਂ ਪਛਾਣ ਲੈਣੇ ਵੀ ਇਹ ਉੱਥੋਂ ਆਇਆ। ਹਾਂਜੀ, 3-4 ਸਦੀਆਂ ਦੇ ਵਿੱਚ ਜੇ ਰੰਗ ਦਾ ਫਰਕ ਪੈ ਗਿਆ ਤੇ ਜਿਹੜੇ ਬੰਦੇ ਸਦੀਆਂ ਤੋਂ ਉੱਥੇ ਰਹਿ ਰਹੇ ਆ, ਹਜ਼ਾਰਾਂ ਸਾਲਾਂ ਤੋਂ ਉੱਥੇ ਰਹਿ ਰਹੇ, ਉਹਨਾਂ ਦਾ ਰੰਗ ਤਾਂ ਉਦਾਂ ਦਾ ਹੋਣਾ ਹੀ ਹੈ। ਹਾਂਜੀ, ਇਸ਼ੂ ਤਾਂ ਹੈਗੀ ਆ ਵੀ ਉਹ ਕਲੋਨੀਅਲਿਜ਼ਮ ਦਾ ਕਰਕੇ ਅਸੀਂ ਇਹ ਸਮਝਿਆ ਜਾਂਦਾ। ਨਾਈਜੀਰੀਆ ਵਾਲਿਆਂ ਨੇ ਵੀ ਨੋਟਿਸ ਕੀਤਾ ਕਿ ਜਿਹੜਾ ਕਾਲਾ ਰੰਗ ਆ ਉਹਨੂੰ ਪਿੱਛੇ ਛੱਡਿਆ ਜਾਂਦਾ ਤੇ ਇਹ ਸਾਰੀਆਂ ਦੀਆਂ ਸਾਰੀਆਂ ਕੰਪਨੀ ਜਿਹੜੀਆਂ ਖਾਸ ਤੇ ਕੰਜ਼ਿਊਮਰ ਪ੍ਰੋਡਕਟ ਆ ਜਿਹੜੇ, ਹਾਂਜੀ, ਉਹਨਾਂ ਨੂੰ ਪ੍ਰਮੋਟ ਕਰਦੇ ਆ ਨਾ। ਕਰੀਮਾਂ ਨੂੰ ਪ੍ਰਮੋਟ ਕਰਦਾ, ਕੋਈ ਲਿਪਸਟਿਕ ਨੂੰ, ਕੋਈ ਬਿਊਟੀ ਪ੍ਰੋਡਕਟ, ਕਾਸਮੈਟਿਕਸ ਜਿਹਨਾਂ ਨੂੰ ਕਹਿੰਦੇ ਅਸੀਂ ਜੀ, ਉਹਨਾਂ ਲਈ ਸਾਰੀਆਂ ਮਾਡਲ ਜਿਹੜੀਆਂ ਉਹ ਯੂਰਪ ਦੀਆਂ ਆਉਂਦੀਆਂ। ਹਾਂਜੀ, ਸਾਡੇ ਤੁਸੀਂ ਦੇਖੋ, ਮੇਰਾ ਖਿਆਲ ਨਾਈਜੀਰੀਆ 'ਚ ਵੀ ਸ਼ਾਇਦ ਇਦਾਂ ਦੀ ਹੋਵੇ। ਹਿੰਦੁਸਤਾਨ ਦੇ ਵਿੱਚ ਇੱਕ ਕਰੀਮ ਆ ਜਿਹੜੀ ਉਹ ਐਕਚੁਅਲੀ ਟੀਵੀ ਤੇ ਦਿਖਾਉਂਦੇ, ਐਡ ਕਰਦੇ ਆ ਕਿ ਇਹਦੇ ਨਾਲ ਗੋਰਾ ਹੋ ਜਾਂਦਾ। ਹਾਂਜੀ, ਹੁਣ ਵੈਸੇ ਤਾਂ ਉਹ ਤੇ ਕੋਈ ਹਿਊਮਨ ਰਾਈਟਸ ਤੇ ਮੁਕੱਦਮਾ ਚੱਲਣਾ ਚਾਹੀਦਾ ਜੀ। ਤਾਂ ਉਹ ਇਹੀ ਕਹਿੰਦੇ ਆ ਕਿ ਇੱਕ ਟੀਵੀ ਤੇ ਐਡ ਚੱਲਦੀ ਸੀ ਵੀਕੋ ਵਜਰਦੰਤੀ ਜੀ। ਹਾਂਜੀ, ਕਿ ਉਹ ਕਹਿੰਦੇ ਕਿ ਤੁਸੀਂ ਆਪਣੇ ਚਿਹਰੇ ਤੇ ਲਾਓ 2-3 ਹਫ਼ਤੇ ਤਾਂ ਫਿਰ ਰੰਗ ਗੋਰਾ ਨਿਕਲ ਆਉਂਦਾ। ਰੰਗ ਗੋਰਾ ਜਾਂ ਕਾਲਾ ਇਹ ਤਾਂ ਡਿਪੈਂਡ ਕਰਦਾ ਤੁਹਾਡੇ ਜੀਨਸ ਤੇ। ਸੈਕੰਡਲੀ ਕਿੱਥੇ ਰਹਿੰਦੇ। ਹਾਂਜੀ, ਉਹਨਾਂ ਕਰੀਮਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਕਰੀਮਾਂ ਲੋਕੀ ਉਹ ਖਰੀਦਦੇ ਆ ਉਹ ਸੁਣ ਕੇ ਇਸ ਗੱਲ ਨੂੰ ਕਿ ਵੀਕੋ ਵਜਰਦੰਤੀ ਜਿਹੜੀ ਆ ਵਾਕਈ ਰੰਗ ਗੋਰਾ ਕਰ ਦਿੰਦੀ ਹੈ ਤੇ ਉਹ ਲੋਕੀ ਧੜ ਖਰੀਦਦੇ ਆ ਉਹਨੂੰ। ਹਾਂਜੀ, ਤੇ ਵੈਸੇ ਤਾਂ ਉਹ ਸ਼ਰੇਆਮ ਡਿਸਕ੍ਰਿਮੀਨੇਸ਼ਨ ਕਹਿ ਸਕਦੇ ਹਾਂ, ਅਸੀਂ ਵਿਤਕਰਾ ਕਹਿ ਸਕਦੇ ਹਾਂ। ਹਾਂਜੀ, ਕਿ ਤੁਸੀਂ ਪ੍ਰਮੋਟ ਕਰ ਰਹੇ ਹੋ ਇਸ ਚੀਜ਼ ਨੂੰ ਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਾਡੇ ਦਿਮਾਗ ਦੇ ਵਿੱਚ ਆ ਚੁੱਕੀ ਆ ਕਿ ਜਿਹੜੇ ਆ ਮਿਸ ਯੂਨੀਵਰਸ, ਮਿਸ ਵਰਲਡ ਵਗੈਰਾ ਟਾਈਟਲ ਹੁੰਦੇ ਨਾ, ਇਹਨਾਂ ਨੂੰ ਇਦਾਂ ਸਮਝਿਆ ਜਾਂਦਾ ਜਿੱਦਾਂ ਬਾਕਸਿੰਗ ਦੇ ਟਾਈਟਲ ਹੁੰਦੇ ਆ। ਹਾਂਜੀ, ਬਾਕਸਿੰਗ ਵਾਲੇ ਤਾਂ ਬਾਕਸਿੰਗ ਕਰਦੇ, ਰੈਸਲਿੰਗ ਵਾਲੇ ਰੈਸਲਿੰਗ ਕਰਦੇ ਜੀ। ਇਹ ਤਾਂ ਪਖੰਡਬਾਜ਼ੀ, ਇਹ ਤਾਂ ਕਾਸਮੈਟਿਕ ਇੰਡਸਟਰੀ ਨੇ ਸ਼ੁਰੂ ਕੀਤੇ ਆ ਜੀ।
ਪਹਿਲੀ ਜਿਹੜੀ ਮਿਸ ਯੂਨੀਵਰਸ ਆ ਕੈਲੀਫੋਰਨੀਆ ਤੋਂ ਸ਼ੁਰੂ ਹੋਈ ਸੀ। ਕੈਲੀਫੋਰਨੀਆ ਦੇ ਵਿੱਚ ਜਿਹੜੀ ਕੱਪੜੇ ਬਣਾਉਂਦੀਆਂ ਸੀ ਕੰਪਨੀਆਂ, ਖਾਸ ਤੌਰ ਤੇ ਬਕਿਨੀਜ਼ ਬਣਾਉਂਦੀਆਂ ਸੀ ਜਿਹੜੀਆਂ, ਉਹਨਾਂ ਨੇ ਪੈਸੇ ਲਾ ਕੇ ਫੰਕਸ਼ਨ ਸ਼ੁਰੂ ਕੀਤੇ ਸੀ। ਫਿਰ ਇਹ ਹੱਥ 'ਚ ਆਇਆ ਡੋਨਲਡ ਟਰੰਪ ਵਰਗੇ ਲੋਕਾਂ ਦੇ ਵਿੱਚ, ਜਿਨ੍ਹਾਂ ਨੇ ਕਾਸਮੈਟਿਕ ਇੰਡਸਟਰੀ ਨੂੰ ਅੱਗੇ ਕੀਤਾ। ਜਦੋਂ ਅਸੀਂ ਕਹਾਣੀ ਸੁਣਾਉਂਦੇ ਸੀ ਨਾ ਜੰਗਲ ਦੀ, ਮੈਂ ਕਹਿੰਦਾ ਵੀ ਗਧੇ ਉੱਥੇ ਜੱਜ ਛੱਡੇ ਆ, ਇਹਨਾਂ ਦੇ ਵੀ ਗਧੇ ਹੀ ਬੈਠੇ ਹੁੰਦੇ ਮੋਹਰੇ ਇਦਾਂ ਦਾ ਬਣਾ, ਇਹ ਫਲਾਨਾ ਮਾਡਲ ਆ ਜੀ, ਇਹ ਫਲਾਨਾ ਐਕਟਰ ਆ, ਇਹਨਾਂ ਦੇ ਕੋਈ ਐਜੂਕੇਸ਼ਨ ਹੈ, ਕੋਈ ਇਹਨਾਂ ਨੇ ਹੋਰ ਕੁਝ ਕੰਮ ਕੀਤਾ ਵੀ ਆ ਹਾਲੀਵੁੱਡ ਤੋਂ ਸਿਵਾਏ। ਐਂਟਰਟੇਨਮੈਂਟ ਇੰਡਸਟਰੀ ਦੇ ਬੰਦੇ ਬਿਠਾਏ ਉੱਥੇ। ਆ ਜਦੋਂ ਪਿੱਛੇ ਜਿਹੇ ਆਪਣੀ ਇੱਕ ਕੁੜੀ ਬਣੀ ਸੀ ਮਿਸ ਯੂਨੀਵਰਸ, ਦਸੰਬਰ ਦੀ ਗੱਲ ਹੈ, ਮੈਂ ਇੰਡੀਆ ਬੈਠਾ ਸੀ ਕਿਸੇ ਦੇ ਘਰ। ਹਾਂਜੀ, ਹਰਨਾਜ ਸੰਧੂ। ਹਾਂ, ਅਸੀਂ ਉਹ ਸਾਰਾ ਟਾਈਟਲ ਦੇਖਦੇ ਆ, ਚੰਡੀਗੜ੍ਹ ਬੈਠਿਆਂ ਨੇ ਅਸੀਂ ਟਾਈਟਲ ਦੇਖਦੇ। ਹਾਂਜੀ, ਤੇ ਮੈਂ ਉੱਥੇ ਕਮੈਂਟ ਕਰ ਦਿੱਤਾ ਬੈਠੇ ਬੈਠੇ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੀ ਐਵੇਂ ਕਾਸਮੈਟਿਕ ਇੰਡਸਟਰੀ ਨੇ ਪ੍ਰਮੋਟ ਕੀਤਾ ਆ ਵੀ ਇਹ ਸੋਹਣੇ ਦੀ ਗੱਲ ਨਹੀਂ ਆ, ਇਹ ਇੱਕ ਇਮੇਜ ਬਣਾ ਕੇ ਪੇਸ਼ ਕਰਦੇ ਵੀ ਲੜਕੀ ਇਦਾਂ ਦੀ ਹੋਣੀ ਚਾਹੀਦੀ ਹੈ, ਦੁਬਲੀ ਪਤਲੀ ਹੋਣੀ ਚਾਹੀਦੀ ਆ। ਉਹਨੂੰ ਜਿਹੜੇ ਸਵਾਲਾਂ ਦੇ ਜਵਾਬ ਵੀ ਦਿੰਦੇ ਆ, ਉਹਨੂੰ PR ਵਾਲੇ ਪਹਿਲਾਂ ਮਹੀਨਾ ਸਿਖਾਉਂਦੇ ਆ ਵੀ ਇਦਾਂ ਜਵਾਬ ਦੇਈਦਾ। ਤੋਤੇ ਵਾਂਗੂ ਰਟਿਆ ਹੁੰਦਾ ਜੀ, ਮੈਂ ਪੀਸ ਲਈ ਲੜੂੰਗੀ ਜੀ, ਮੈਂ ਵਰਲਡ ਹੰਗਰ ਖਤਮ ਕਰੂੰਗੀ। ਕਿੱਦਾਂ ਖਤਮ ਕਰੂੰਗੀ ਪਤਾ ਹੀ ਨਹੀਂ ਉਹਨੂੰ। ਸਵਾਲ ਕੋਈ ਦੂਜਾ, ਜਿੱਦਾਂ ਇੱਕ ਦਿਨ ਹੇਮਾ ਮਾਲਿਨੀ ਦੀ ਲੜਕੀ ਆਈ ਸੀ ਕਿਸੇ ਸ਼ੋਅ ਤੇ, ਉਹਨੇ ਜੀ ਕਿਤਾਬ ਤਾਂ ਕਿਸੇ ਹੋਰ ਨੇ ਲਿਖੀ ਹੋਣੀ ਆ, ਉਹਦੇ ਨਾਂ ਦੇ ਥੱਲੇ ਲਿਖੀ ਆ ਈਸ਼ਾ ਦਿਓਲ ਨੇ ਵੀ ਬੱਚੇ ਕਿੱਦਾਂ ਪਾਲਣੇ। ਹਾਂਜੀ, ਤਾਂ ਜਿੱਦਾਂ ਦੇ ਉਹ ਜਵਾਬ ਦਿੰਦੇ ਸੀ, ਮੈਨੂੰ ਲੱਗਦਾ ਨਹੀਂ ਸੀ ਵੀ ਉਹਨੇ ਕਿਤਾਬ ਉਹ ਪੜ੍ਹੀ ਵੀ ਹੋਵੇ ਜੀ, ਜਿਸ ਹਿਸਾਬ ਨਾਲ ਉਹ ਜਵਾਬ ਦੇ ਰਹੀ ਸੀ। ਹਾਂਜੀ, ਤੇ ਇੱਥੇ ਅਸੀਂ ਗੱਲ ਕਰਦੇ ਹਾਂ ਹੁਣ ਮਿਸ ਯੂਨੀਵਰਸ ਦੀ। ਉੱਥੇ ਮੈਂ ਇਦਾਂ ਕਮੈਂਟ ਕਰਤਾ, ਮੈਂ ਕਿਹਾ ਕਾਸਮੈਟਿਕ ਇੰਡਸਟਰੀ ਜਿਹੜੀ ਆ ਇਹ ਇੱਕ ਇਮੇਜ ਪ੍ਰਮੋਟ ਕਰਦੀ ਆ। ਇਮੇਜ ਇਦਾਂ ਦਾ ਪ੍ਰਮੋਟ ਕਰਦੀ ਆ ਵੀ ਜੇ ਕੋਈ 100 ਹੇਅਰ ਕੁੜੀ ਹੋਵੇ, ਤਕੜੀ ਹੋਵੇ, ਜੇ ਕੋਈ ਕਬੱਡੀ ਖੇਡ ਸਕਦੀ ਹੈ, ਜੇ ਕੋਈ ਘੁਲ ਸਕਦੀ ਕੁੜੀ। ਪਿੰਡਾਂ ਦੀਆਂ ਲੜਕੀਆਂ ਇਦਾਂ ਹੁੰਦੀਆਂ ਜੀ, ਤਕੜੀਆਂ ਹੁੰਦੀਆਂ ਸੀ। ਹਾਂਜੀ, ਉਹ ਆਪਣਾ ਸਾਰਾ ਕੰਮ ਕਰਦੀਆਂ ਸੀ, ਤੇ ਉਹਨੂੰ ਇਹ ਵਧੀਆ ਨਹੀਂ ਸਮਝਣਗੇ। ਇਹ ਦੁਬਲੀ ਪਤਲੀ ਨੂੰ ਇੱਕ ਇਮੇਜ ਬਣਾਇਆ ਕਿ ਆਹ ਠੀਕ ਹੈ, ਜਿਹੜੀ ਖਾਣਾ ਖਾਂਦੀ ਤਾਂ ਬਾਅਦ ਜਾ ਕੇ ਉਲਟੀ ਕਰ ਆਉਂਦੀ। ਇਹ ਵੀ ਮਾਡਲ ਦੱਸਦੀਆਂ ਆ ਵੀ ਅਸੀਂ ਖਾਣੀਆਂ ਤਾਂ ਫਿਰ ਉਲਟੀ ਕਰਕੇ ਆਉਂਦੀਆਂ, ਤਾਂ ਕਿ ਇਹਨਾਂ ਦੇ ਕੈਲਰੀਜ਼ ਘਟਣ। ਉਹਨਾਂ ਦੀ ਲੜਕੀ ਇੱਕ ਬੈਠੀ ਸੀ, ਉਹ ਵੀ 100 ਹੇਅਰ ਹੀ ਸੀ। ਮੈਂ ਵਰਡ ਯੂਜ਼ ਕੀਤਾ ਨਾ 100 ਹੇਅਰ। ਹਾਂਜੀ, ਉਹ ਵੀ ਤਕੜੀ ਸੀ ਕੁੜੀ। ਉਹ ਖੇਲਦੀ ਸੀ ਕੋਈ ਗੇਮ, ਮੈਨੂੰ ਯਾਦ ਨਹੀਂ, ਜੂਡੋ ਖੇਲਦੀ ਸੀ ਉਹ। ਹਾਂਜੀ, ਆਪਣੇ ਕਾਲਜ ਦੇ ਵਿੱਚ। ਤੇ ਉਹਨੇ ਦੂਸਰੇ ਦਿਨ ਜਦੋਂ ਸ਼ਾਮ ਨੂੰ ਮੈਂ ਉੱਥੇ ਬੈਠਾ ਸੀ ਉਹਨਾਂ ਦੇ ਬਾਹਰ ਬਰਾਮਦੇ ਵਿੱਚ ਅਖਬਾਰ ਪੜ੍ਹ ਰਿਹਾ, ਤੇ ਉਹ ਲੜਕੀ ਮੇਰੇ ਕੋਲ ਆ ਕੇ ਕਹਿੰਦੀ, ਅੰਕਲ ਜੀ ਤੁਸੀਂ ਕੱਲ ਕਮੈਂਟ ਜਿਹੜਾ ਕੀਤਾ ਸੀ ਬਹੁਤ ਵਧੀਆ ਸੀ। ਅੱਛਾ, ਮੇਰੀ ਬੜੀ ਦਿਲਚਸਪੀ। ਮੈਂ ਕਿਹਾ ਵੀ ਬੱਚੇ ਤਾਂ ਨਾਰਮਲੀ ਜਿਹੜੇ ਮਿਸ ਯੂਨੀਵਰਸ ਦੇ ਬੜੇ ਫੈਨ ਹੁੰਦੇ। ਹਾਂਜੀ, ਤੇ ਇਹ ਲੜਕੀ ਮੇਰੇ ਕਮੈਂਟ ਤੇ ਖੁਸ਼ ਹੈ। ਹਾਂਜੀ, ਮੈਂ ਤਾਂ ਕਮੈਂਟ ਕਰਤਾ ਵੀ ਇਹ ਕਾਸਮੈਟਿਕ ਇੰਡਸਟਰੀ ਵਾਲੇ ਇਮੇਜ ਬਣਾ ਰਹੇ ਆ, ਗਲਤ ਇਮੇਜ ਹੈ ਜੀ, ਤੇ ਸਾਰੀਆਂ ਲੜਕੀਆਂ ਇਦਾਂ ਨਹੀਂ ਹੋ ਸਕਦੀਆਂ। ਹਾਂਜੀ, ਦੁਬਲੀਆਂ ਪਤਲੀਆਂ ਨਹੀਂ ਹੋ ਸਕਦੀਆਂ। ਉਹ ਕਹਿੰਦੀ ਕਿ ਮੈਂ ਜੂਡੋ ਖੇਲਦੀ ਹਾਂ, ਤੇ ਉਹ ਸੀਗੀ ਵੀ ਤਗੜੀ, ਮਤਲਬ ਜੇ ਉਹਨੂੰ ਇੱਕ ਪਾਸੇ ਕਹੇ ਸੋਫਾ ਚੱਕ ਲਾ, ਉਹ ਚੱਕਣ ਵਾਲੀ ਸੀ। ਤੇ ਕਹਿੰਦੀ ਕਿ ਮੇਰੀ ਮਾਂ ਮੈਨੂੰ ਹਮੇਸ਼ਾ ਹੀ ਕਹਿੰਦੀ ਰਹਿੰਦੀ ਹੈ, ਤੂੰ ਝੋਟੀ ਹੋਈ ਜਾਂਦੀ ਆ ਖਾ ਖਾ ਕੇ, ਤੇਰੇ ਲਈ ਕਿੱਥੇ ਮੁੰਡਾ ਲੱਭਾਂਗੇ। ਉਹ ਕਹਿੰਦੀ ਮੈਨੂੰ ਇਹ ਜਿਹੜੀ ਤੁਸੀਂ ਮੇਰੇ ਪੇਰੈਂਟਸ ਨਾਲ ਜ਼ਰੂਰ ਗੱਲ ਕਰੋ ਵੀ ਇਦਾਂ ਨਹੀਂ ਹੁੰਦੀ। ਮਤਲਬ ਖਾਣ ਪੀਣ, ਉਹ ਕੋਈ ਮੋਟੀ ਨਹੀਂ ਸੀ, ਮਤਲਬ ਕੋਈ ਜੇ ਤੁਸੀਂ ਕਹਿੰਦੇ ਫੈਟ ਹੋਣੀ, ਉਹਦੇ ਫੈਟ ਫੂਟ ਹੈ ਨਹੀਂ ਸੀ, ਐਥਲੈਟਿਕ ਸੀ, ਤਕੜੀ ਸੀ ਜੀ, ਮਤਲਬ ਤਕੜੀ ਕੁੜੀ, ਸਟਰੋਂਗ ਕੁੜੀ, ਦੋ ਕੁੜੀਆਂ ਨੂੰ ਢਾਉਣ ਵਾਲੀ ਸੀ ਜੀ। ਮੈਂ ਕਿਹਾ ਮੈਂ ਤਾਂ ਤੇਰੇ ਵੱਲ ਦੇਖ ਕੇ ਵੈਸੇ ਖੁਸ਼ ਹਾਂ ਵੀ ਚੰਡੀਗੜ੍ਹ 'ਚ ਤੇਰੇ ਵਰਗੀ ਕੁੜੀ ਨਹੀਂ ਸੀ। ਹਾਂਜੀ, ਇਹ ਚੰਗੀ ਗੱਲ ਹੈ ਵੈਸੇ ਦੇਖਣ ਨੂੰ। ਇੱਕ ਤਾਂ ਉੱਚੀ ਲੰਮੀ ਕੁੜੀ ਸੀ, ਦੂਸਰੀ ਉਹ ਸੀਗੀ ਵੀ ਇਦਾਂ ਦੀ ਵੀ ਜੂਡੋ ਜਦੋਂ ਕਹਿੰਦੀ ਸੀ ਮੈਂ ਜੂਡੋ ਖੇਡਦੀ, ਵੀ ਲੱਗਦੀ ਵੀ ਜੂਡੋ ਖੇਲਣ ਵਾਲੀ ਸੀ ਜੀ। ਪਰ ਉਹ ਇਮੇਜ ਜਿਹੜਾ ਬਣਾਇਆ ਸੀ ਉਹ ਇਦਾਂ ਦਾ ਬਣਾਇਆ ਸ਼ਹਿਨਾਜ਼ ਸੰਧੂ ਵਰਗੀ ਦਾ, ਹਰਨਾਜ਼ ਸੰਧੂ ਵਰਗੀ ਦਾ, ਵੀ ਇਹਨਾਂ ਨੇ ਜੇ ਹਵਾ ਆਈ ਤਾਂ ਡਿੱਗ ਪੈਣ।
ਦੇਖੋ ਡਾਕਟਰ ਸਾਹਿਬ, ਜਦੋਂ ਇਹੋ ਜੀ ਇਮੇਜ ਬਣਦੀ ਹੈ, ਜਿਵੇਂ ਤੁਸੀਂ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਆ, ਇਨਫੀਰੀਅਰਿਟੀ ਕੰਪਲੈਕਸ ਵੀ ਆ ਜਾਂਦਾ। ਜਿਹੜੇ ਯੰਗ ਕੁੜੀਆਂ ਹੁੰਦੀਆਂ ਨੇ ਉਹ ਵੀ ਚਾਹੁੰਦੀਆਂ ਨੇ ਰੋਲ ਮਾਡਲ ਇਹੋ ਜਿਹੀਆਂ ਕੁੜੀਆਂ ਨੂੰ ਮੰਨਣ ਲੱਗ ਜਾਂਦੇ ਨੇ ਕਿ ਅਸੀਂ ਇਹੋ ਜਿਹਾ ਹੀ ਬਣਨਾ। ਉਹਨਾਂ ਦੇ ਮਾਈਂਡ ਸੈੱਟ ਉਸ ਤਰੀਕੇ ਤੇ ਹੋ ਜਾਂਦੇ ਆ। ਜਿਵੇਂ ਤੁਸੀਂ ਦੱਸਿਆ ਕਿ ਜੂਡੋ ਪਲੇਅਰ ਦੀ ਮੰਮੀ ਉਹਨੂੰ ਕਹਿੰਦੀ ਆ ਕਿ ਤੂੰ ਪਤਲੀ ਹੋ ਜਾ, ਤੈਨੂੰ ਪਤਲੀ ਹੋਣਾ ਚਾਹੀਦਾ। ਐਕਸੈਪਟੈਂਸ ਜਿਹੜੀ ਉਹ ਖਤਮ ਹੋ ਜਾਂਦੀ ਆ, ਕਿਉਂਕਿ ਸਾਨੂੰ ਕੁਦਰਤ ਨੇ ਜਿਸ ਤਰ੍ਹਾਂ ਦਾ ਵੀ ਬਣਾਇਆ, ਅਸੀਂ ਬਿਊਟੀਫੁਲ ਕ੍ਰੀਏਸ਼ਨ ਆ, ਇਹ ਅਸੀਂ ਖੂਬਸੂਰਤ ਆ ਸਾਰੇ, ਪਰ ਫਿਰ ਵੀ ਮਨ ਦੇ ਵਿੱਚ ਇਹ ਗੱਲ ਇਹਨਾਂ ਕੰਪਨੀਆਂ ਦੇ ਵੱਲੋਂ ਭਰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਪ੍ਰੋਡਕਟ ਵੇਚਣੇ ਨੇ ਕਿ ਨੋ ਯੂ ਆਰ ਨਾਟ ਬਿਊਟੀਫੁਲ, ਜੇ ਤੁਸੀਂ ਸਾਡੇ ਪ੍ਰੋਡਕਟ ਯੂਜ਼ ਕਰੋਗੇ ਤੁਸੀਂ ਤਾਂ ਹੀ ਖੂਬਸੂਰਤ ਹੋ ਸਕਦੇ ਹੋ। ਇਹ ਗੱਲ ਠੀਕ ਹੈ, ਅਕਸ ਬਣਾਤਾ ਨਾ। ਹਾਂਜੀ, ਹਰ ਚੀਜ਼ ਦਾ ਅਕਸ ਬਣਾਤਾ ਕਿ ਆਹ ਜਿਹੜਾ ਹੈ ਸਟੈਂਡਰਡ ਆ, ਇਹ ਮਾਪਦੰਡ ਆ, ਤੇ ਇਹ ਤੋਂ ਜੇ ਉੱਪਰ ਹੋਵੇ ਤਾਂ ਚੰਗੀ ਗੱਲ ਹੈ, ਇਹ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਜੀ। ਤੇ ਉਹ ਮਾਪਦੰਡ ਦੇ ਵਿੱਚ ਕਿੰਨੇ ਕੁ ਬੰਦੇ ਆਉਂਦੇ ਆ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ ਹੈ? ਹਾਂਜੀ, ਉਹਦੇ ਵਿੱਚ ਹੋ ਸਕਦਾ 2% ਕੁੜੀਆਂ ਹੋਣ ਜੀ, 98% ਤਾਂ ਨਖਿੱਧ ਹੀ ਕਰਦੇ ਹੋ। ਹਾਂਜੀ, ਪ੍ਰੋਡਕਟ ਇਦਾਂ ਦੇ ਵੇਚਦੇ ਆ ਜੀ, ਤੇ ਜਿਹੜੀਆਂ ਕਰੀਮਾਂ ਵੇਚਦੇ ਆ, ਜਿਹੜੀਆਂ ਕਾਸਮੈਟਿਕ ਹੋਰ ਗੱਲਾਂ ਵੇਚਦੇ ਆ, ਲਿਪਸਟਿਕਸ ਵੇਚਦੇ ਆ, ਫਿਰ ਬਿਊਟੀ ਪ੍ਰੋਡਕਟ ਅੱਛਾ ਜਿੰਨੇ ਵੀ ਆ। ਲਿਪਸਟਿਕ ਵੇਚਣ ਵਾਲੇ ਫਿਰ ਇਹ ਦੱਸਦੇ ਕਿ ਲਿਪਸ ਜਿਹੜੇ ਆ ਇਹਨਾਂ ਤੇ ਟੀਕੇ ਲਵਾ ਕੇ ਤੁਸੀਂ ਇਹਨੂੰ ਮੋਟੇ ਕਿੱਦਾਂ ਕਰਨਾ ਹੈ। ਹਾਂਜੀ, ਹੁਣ ਇੱਕ ਦਿਨ ਇੱਕ ਐਕਟਰਸ ਬੈਠੀ ਕੋਈ ਕਿਸੇ ਦੇ ਨਾਲ ਇੰਟਰਵਿਊ ਕਰ ਰਹੀ ਸੀ, ਤਾਂ ਉਹਨੇ ਸਾਰੇ ਬੋਟੌਕਸ ਦੇ ਟੀਕੇ ਲਵਾਏ ਸੀ, ਉਹ ਤੋਂ ਹੱਸ ਵੀ ਨਹੀਂ ਸੀ ਹੁੰਦਾ ਜੀ। ਜਦੋਂ ਹੱਸਣ ਦੀ ਗੱਲ ਕੋਈ ਆਉਂਦੀ ਸੀ ਉਹ ਤੋਂ ਹੱਸ ਨਹੀਂ ਸੀ ਹੁੰਦਾ, ਕਿਉਂਕਿ ਉਹ ਸਾਰਾ ਤੱਕ ਉਹਦੇ ਬੋਟੌਕਸ ਦੇ ਟੀਕਿਆਂ ਨੇ ਸਿੱਧਾ ਕੀਤਾ ਸੀ ਉਹਦਾ ਮੂੰਹ, ਤਾਂ ਉਹਦੇ ਬੁੱਲਾਂ ਤੇ ਵੀ ਲੱਗਦਾ ਸੀ ਵੀ ਇਹਨੇ ਕੋਈ ਕੁਛ ਕਰਾਈ, ਸਰਜਰੀ ਕਰਾਈ ਹੈ। ਹਾਂਜੀ, ਤੇ ਇਹ ਜਿਹੜੀ ਪਲਾਸਟਿਕ ਸਰਜਰੀ ਆ, ਇਹ ਵੀ ਹੁਣ ਕਾਸਮੈਟਿਕ ਇੰਡਸਟਰੀ ਦਾ ਇੱਕ ਹਿੱਸਾ ਬਣ ਗਿਆ। ਹਾਂਜੀ, ਲੋਕਾਂ ਨੂੰ ਦੱਸਦੇ ਵੀ ਤੇਰਾ ਨੱਕ ਇਦਾਂ ਆ, ਤੇਰਾ ਨੱਕ ਖਰਾਬ ਹੈ, ਇਹਨੂੰ ਠੀਕ ਕਰਾਂਗੇ, ਤੇਰੇ ਬੁੱਲ ਖਰਾਬ ਹੈ, ਇਹਨੂੰ ਠੀਕ ਕਰਾਂਗੇ। ਸਾਰੇ ਮਤਲਬ ਬੰਦੇ ਦੇ ਤੁਸੀਂ ਸਮਝ, ਕਾਰ ਦੀ ਜਿੱਦਾਂ ਅਸੀਂ ਮਕੈਨਿਕ ਦੇ ਲੈ ਕੇ ਜਾਂਦੇ ਵੀ ਇਹਨੂੰ ਆਹ ਕਰਦੇ, ਇਹਦਾ ਇੱਥੋਂ ਪੇਂਟ ਕਰਦੇ, ਇੱਥੋਂ ਕਰਦੇ, ਉਸੇ ਤਰ੍ਹਾਂ ਇਨਸਾਨ ਨੂੰ ਇਹ ਕਾਸਮੈਟਿਕ ਇੰਡਸਟਰੀ ਵਾਲੇ ਕਰਦੇ ਆ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਇਹ ਇਨਸਾਨ ਦੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਵੀ ਉਹਨੂੰ ਕੁਦਰਤ ਨੇ ਬਣਾਇਆ ਉਹ ਸਹੀ ਨਹੀਂ ਹੈਗਾ, ਉਹ ਬਿਲਕੁਲ ਵੀ ਬਿਊਟੀਫੁਲ ਹੈ ਨਹੀਂ। ਯੈਸ, ਜੇ ਤੁਸੀਂ ਇਹਨਾਂ ਦੀ ਪ੍ਰੋਡਕਟਸ ਯੂਜ਼ ਕਰ ਲੈਂਦੇ ਹੋ ਜਾਂ ਫਿਰ ਤੁਸੀਂ ਪਲਾਸਟਿਕ ਸਰਜਰੀਜ਼ ਕਰਾਉਂਦੇ ਹੋ ਜਸਟ ਟੂ ਲੁੱਕ ਬਿਊਟੀਫੁਲ, ਤਾਂ ਹੀ ਤੁਸੀਂ ਖੂਬਸੂਰਤ ਹੋ ਸਕਦੇ ਹੋ, ਅਦਰਵਾਈਜ਼ ਨਹੀਂ, ਜਿਹੜੀ ਕਿ ਬਹੁਤ ਹੀ ਜ਼ਿਆਦਾ ਮੰਦਭਾਗੀ ਗੱਲ ਆ। ਹਰ ਇੱਕ ਇਨਸਾਨ ਖੂਬਸੂਰਤ ਹੈਗਾ, ਹਰ ਇੱਕ ਇਨਸਾਨ ਨੂੰ ਆਪਣੇ ਆਪ ਤੇ ਪ੍ਰਾਊਡ ਹੋਣਾ ਚਾਹੀਦਾ, ਉਹ ਜਿਹੋ ਜਿਹਾ ਵੀ ਹੈਗਾ, ਜਿਹੋ ਜਿਹੀ ਵੀ ਫੀਲਡ ਦੇ ਵਿੱਚ ਹੈਗਾ ਉਹ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਵਾਸ਼ਿੰਗਟਨ ਵੱਲੋਂ ਮਾਸਕੋ ਤੇ ਪਾਬੰਦੀਆਂ ਦੇ ਬਾਵਜੂਦ ਰਸ਼ੀਆ ਅਜੇ ਵੀ ਯੂਐਸ ਟ੍ਰੇਡ ਤੋਂ ਬਿਲੀਅਨਸ ਆਫ ਡਾਲਰਸ ਕਮਾ ਰਿਹਾ। ਡਾਕਟਰ ਸਾਹਿਬ, ਸੈਂਕਸ਼ਨਸ, ਅਨਸੈਂਕਸ਼ਨਡ ਗੁੱਡਸ, ਸੈਂਕਸ਼ਨਡ ਗੁੱਡਸ, ਆਪਾਂ ਕਿੰਨਾ ਕੁਝ ਸੁਣਨ ਦੇ ਵਿੱਚ ਆਇਆ, ਪਰ ਤੁਸੀਂ ਇਹ ਦੇਖੋ ਕਿ ਜਿਹੜਾ ਰਸ਼ੀਆ ਹੈਗਾ ਉਹ ਤਾਂ ਬਿਲੀਅਨਸ ਆਫ ਡਾਲਰਸ ਕਮਾ ਰਿਹਾ, ਫਿਰ ਕੀ ਫਾਇਦਾ ਇਹਨਾਂ ਸੈਂਕਸ਼ਨਸ ਦਾ? ਦੇਖੋ, ਇਹਨਾਂ ਦੀ ਸਟ੍ਰੈਟੇਜਿਕ ਡਿਸੀਜਨ ਹੈ ਜਿਹੜੀ ਕਿ 1991 ਦੇ ਵਿੱਚ ਇਹਨਾਂ ਨੇ ਕਲੀਅਰ ਕੀਤੀ ਸੀ ਕਿ ਇਸ ਵੇਲੇ ਯੂਐਸਏ ਵਾਲਿਆਂ ਦਾ ਕੋਈ ਰਾਈਵਲ ਨਹੀਂ ਰਹਿਣਾ ਚਾਹੀਦਾ, ਕਿਉਂਕਿ ਸੋਵੀਅਤ ਯੂਨੀਅਨ ਟੁੱਟ ਗਿਆ ਤਾਂ ਇਹ ਨਹੀਂ ਸੀ ਚਾਹੁੰਦੇ ਕਿ ਸੋਵੀਅਤ ਯੂਨੀਅਨ ਦੀ ਜਗ੍ਹਾ ਤੇ ਓਨਾ ਹੀ ਪਾਵਰਫੁਲ ਕੋਈ ਦੇਸ਼ ਉੱਠੇ, ਸਾਡੀ ਸਰਦਾਰੀ ਹੋਵੇ, ਜਿੱਥੇ ਮਰਜ਼ੀ ਅਸੀਂ ਜੋ ਕੁਝ ਕਰੇ। ਇਹਨਾਂ ਨੇ ਜੋ ਕੁਝ ਕੀਤਾ ਮਿਡਲ ਈਸਟ ਦੇ ਵਿੱਚ ਕੀਤਾ, ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਕੀਤਾ, ਕੋਈ ਨਹੀਂ ਸੀ ਪੁੱਛਦਾ ਇਹਨਾਂ ਨੂੰ। ਪਰ ਹੁਣ ਦੁਬਾਰਾ ਮੁੜ ਕੇ ਰਸ਼ੀਆ ਵਾਲੇ ਉੱਠੇ ਆ ਤੇ ਇਹ ਚਾਹੁੰਦੇ ਕਿ ਯੂਕਰੇਨ ਵਾਰ ਦਾ ਕਰਕੇ ਇਹ ਮਸਲਾ ਤਾਂ ਹੈਗਾ ਸਟ੍ਰੈਟੇਜਿਕ। ਹੁਣ ਇਕਨੋਮੀ ਦੇ ਪੱਖੋਂ ਜਦੋਂ ਵੀ ਇਹਨਾਂ ਨੂੰ ਵੈਸਟਰਨ ਯੂਰਪ ਨੂੰ ਲੋੜ ਪਈ ਆ, ਇਹਨਾਂ ਨੇ ਕਿਹਾ ਜੀ ਗੈਸ ਸਾਨੂੰ ਚਾਹੀਦੀ ਸੀ, ਅਸੀਂ ਲੈਣੀ ਹੈ ਰਸ਼ੀਆ ਤੋਂ। ਉਹ ਰਸ਼ੀਆ ਵਾਲਿਆਂ ਨੇ ਸੈਂਕਸ਼ਨ ਲਾਤੇ ਗੈਸ ਦੇ ਉਹਨਾਂ ਤੇ, ਪਰ ਜਿਹੜੇ ਇਹਨਾਂ ਨੂੰ ਸੈਂਕਸ਼ਨ ਲਾਉਣੇ ਚਾਹੁੰਦੇ ਆ ਉਹਨਾਂ ਦੇ ਨਹੀਂ ਲਾਏ। ਹਾਂਜੀ। ਫਿਰ ਇਹਨਾਂ ਨੇ ਯੂਐਸ ਨੇ ਕਿਹਾ ਸੀ ਕਿ ਦੇਖੋ ਖਾਦ ਉਹ ਜ਼ਿਆਦਾ ਬਣਾਉਂਦੇ ਨੇ, ਸਾਨੂੰ ਖਾਦ ਚਾਹੀਦੀ ਆ ਕਿਉਂਕਿ ਅਨਾਜ ਉਗਾਉਣ ਲਈ ਖਾਦ ਦੀ ਜ਼ਰੂਰਤ ਆ। ਹਾਂਜੀ। ਅੱਛਾ, ਉਹ ਵੀ ਮੰਨਦੇ ਆ। ਹੁਣ ਉਹ ਕਹਿੰਦੇ ਕਿ ਹਰੇਕ ਹਫ਼ਤੇ ਫਰਵਰੀ 2022 ਤੋਂ ਐਸੋਸੀਏਟਡ ਪ੍ਰੈਸ ਦੀ ਰਿਪੋਰਟ ਹੈ, ਵੈਸੇ ਇਹਨਾਂ ਦੀ ਆਪਣੀ ਪ੍ਰੈਸ ਦੀ ਰਿਪੋਰਟ ਹੈ। ਹਾਂਜੀ। ਉਹ ਕਹਿੰਦੇ ਕਿ ਫਰਵਰੀ ਤੋਂ ਲੈ ਕੇ ਜੁਲਾਈ ਤਾਈਂ
3600 ਸ਼ਿਪ ਆਇਆ US ਦੇ ਵਿੱਚ ਵੱਖ-ਵੱਖ ਤਰੀਕੇ ਦਾ ਸਮਾਨ ਲੈ ਕੇ ਹਾਂਜੀ ਕਿ ਉਹਦੇ ਵਿੱਚ ਬਿਲੀਅਨਸ ਆਫ ਡਾਲਰਸ ਦਾ ਸਮਾਨ ਆਇਆ ਹਾਂਜੀ ਇਹਦਾ ਮਤਲਬ ਕਿ ਰੌਲਾ ਰੱਪਾ ਪਾਉਣ ਦੀ ਗੱਲ ਹੋ ਰਿਹਾ ਹਾਥੀ ਦੇ ਦੰਦ ਦਿਖਾਉਣ ਵਾਲੇ ਹੋ ਰਿਹਾ ਤੇ ਖਾਣ ਵਾਲੇ ਹੋ ਰਿਹਾ ਫਿਰ ਉਹ ਐਸੋਸੀਏਟ ਪ੍ਰੈਸ ਨੇ ਇਹ ਵੀ ਕਿਹਾ ਕਿ ਜਿਹੜੇ ਪ੍ਰੋਡਕਟ ਇਹ ਮੰਗਵਾ ਰਹੇ ਆ ਅਗਰ ਉਹ ਪ੍ਰੋਡਕਟ ਨਾ ਆਉਣ ਉਹਨਾਂ ਇਕਨੋਮਿਕ ਸੈਕਟਰ ਦੇ ਵਿੱਚ ਸੰਕਟ ਆ ਜਾਵੇ ਹਾਂਜੀ ਤਾਂ ਉਹ ਆਪਣਾ ਸੰਕਟ ਨਹੀਂ ਲਿਆਉਣਾ ਚਾਹੁੰਦੇ ਆਪਣੇ ਸਿਰ ਨਹੀਂ ਲਿਆਉਣਾ ਚਾਹੁੰਦੇ ਯੂਕਰੇਨੀਅਨ ਬੰਦੇ ਮਰ ਰਹੇ ਆ ਔਰ ਉਹਨਾਂ ਦਾ ਮੂਰਖ ਜਿਹੜਾ ਪ੍ਰੈਜ਼ੀਡੈਂਟ ਆ ਉਹ ਮਰਨ ਦੇ ਰਿਹਾ ਹਾਂਜੀ ਔਰ ਕਿਸੇ ਨਾ ਕਿਸੇ ਦਿਨ ਮੇਰਾ ਖਿਆਲ ਲੜਾਈ ਇਹ ਖਤਮ ਹੋਣੀ ਆ ਤੇ ਉਹਦੇ ਵਿੱਚ ਵਾਰ ਕ੍ਰਾਈਮ ਦੇ ਵਿੱਚ ਜ਼ੈਲੈਂਸਕੀ ਦੀ ਜ਼ਰੂਰ ਕੋਈ ਨਾ ਕੋਈ ਉਹਨਾਂ ਤੇ ਮੁਕੱਦਮਾ ਚੱਲੂਗਾ ਜੀ ਡਾਕਟਰ ਸਾਹਿਬ ਇਸ ਬਾਰੇ ਕਈ ਮਾਹਰਾਂ ਨੇ ਕਈ ਲੇਖ ਵੀ ਲਿਖੇ ਹੈਗੇ ਕਿ ਜ਼ੈਲੈਂਸਕੀ ਤੇ ਵਾਰ ਕ੍ਰਾਈਮ ਦਾ ਮੁਕੱਦਮਾ ਜਿਹੜਾ ਹੈਗਾ ਉਹ ਚੱਲਣਾ ਹੀ ਚਾਹੀਦਾ ਜਿਹੜਾ ਦੇਖੋ ਪਹਿਲਾਂ ਬੰਦੇ ਨੇ ਲੜਾਈ ਸ਼ੁਰੂ ਕਰਾਈ ਇਸ ਕਰਕੇ ਕਿ ਅਸੀਂ ਨੇਟੋ ਦੇ ਮੈਂਬਰ ਬਣਨਾ ਉਹਨਾਂ ਨੂੰ ਬਹੁਤਿਆਂ ਨੇ ਈਵਨ ਨੇਟੋ ਦੇ ਮੈਂਬਰ ਜਿਹੜੇ US ਦੇ ਪੁਰਾਣੇ ਸੈਕਟਰੀ ਰਹੇ ਆ ਕੈਸੰਜਰ ਵਗੈਰਾ ਇਹਨਾਂ ਨੇ ਵੀ ਕਿਹਾ ਸੀ ਕਿ ਇਹਨਾਂ ਨੂੰ ਨੇਟੋ ਦੇ ਮੈਂਬਰ ਨਾ ਬਣ ਦੇਣਾ ਚਾਹੀਦਾ ਤੇ ਨਾ ਹੀ ਇਹਨਾਂ ਨੂੰ ਖਾਹਸ਼ ਹੋਣੀ ਚਾਹੀਦੀ ਕਿ ਅਸੀਂ ਨੇਟੋ ਦੇ ਮੈਂਬਰ ਬਣਾਂਗੇ ਕਿਉਂਕਿ ਪਾਵਰਫੁਲ ਇੱਕ ਦੇਸ਼ ਦੇ ਕੋਲ ਉਹ ਕਦੇ ਟਾਲਰੇਟ ਨਹੀਂ ਕਰਨਗੇ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਨੇਟੋ ਦੇ ਜਾਣ ਅੱਛਾ ਜਦੋਂ ਉਹਨਾਂ ਨੇ ਹਮਲਾ ਕੀਤਾ ਫਿਰ ਇਹਨਾਂ ਨੇ ਆਪਣਾ ਸਟੈਂਡ ਬਦਲ ਲਿਆ ਹਾਂਜੀ ਹਾਂ ਇਹ ਜਦ ਗੱਲ ਵੱਖਰੀ ਹੈ ਕਿ ਪਿਊਟਨ ਨੇ ਵੀ ਹੋਰ ਗੱਲਾਂ ਐਡ ਕਰਤੀਆਂ ਕਿ ਹੁਣ ਤੁਸੀਂ ਇੱਕ ਗੱਲ ਤਾਂ ਮੰਨੀ ਗਏ ਆ ਹੋਰ ਵੀ ਗੱਲਾਂ ਸਾਡੀਆਂ ਮੰਨੋ ਹਾਂਜੀ ਉਹ ਤਾਂ ਜਿੱਤਦੇ ਆ ਉਹਨਾਂ ਨੇ ਤਾਂ ਕਹਿਣਾ ਜੀ ਬਿਲਕੁਲ ਇਹ ਹਾਰ ਕੇ ਅਜੇ ਵੀ ਫੜਾ ਮਾਰੀ ਜਾਂਦੇ ਆ ਹਾਂਜੀ ਤੇ ਅੱਜ ਦਾ ਵਿਚਾਰ ਦੱਸ ਦਿਓ ਹਾਂਜੀ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ ਇਸ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ